सतनाम वाहिगुरु साहिब जी। सारंग महला पंजवा। अपनी इतनी कछु ना सारी, अनक काज अनक तावरता, उर्ज्यो आन जंजारी। अपनी इतनी कछु न सारी, अनक काज अनक तावरता, उर्ज्यो आन जंजारी। रहाओ द्योह चार के दी सह संगी, ऊहा नाही जह पारी। तिन स्यों राच माच हित लायो, जो काम नहीं गावारी। हूँ नाही नाही किछ मेरा, ना हमरो बस चारी। करन करावन नानक के प्रभ, संतन संग उधारी। हूँ नाही नाही किछ मेरा, ना हमरो बस चारी। करन करामन नानक के प्रभ, संतन संग उधारी। वाहिगुरु जी का खालसा, वाहिगुरु जी की फतेह। गरीब नवाज सतगुरु जी चवर छत्र तख्त दे मालक, जहरा जहूर अति हाजरा हजूर। किरपा निधान जुगो जुग अटल। धन श्री गुरु ग्रंथ साहिब जी की पावन पवित्र हजूरी विच सुभाईमान, परम सत्कारयोग वडभागी गुरमुख सतसंगी जनों, वाहिगुरु जी की बख्शिश सदका अमृत वेले सत संगत विच जुड़ बैठण का इस भाग समा प्राप्त होया है। इलाही बाणी का कीर्तन गुरु के कीर्तनी आप जी नूं सरवण करा रहे सन। धन श्री गुरु ग्रंथ साहिब जी की पवित्र बाणी की विचार आप जी हर रोज जो सरवण करते हो, उसदे नाल संबंधित गुरु के ये पावन अमोल बचन सारंग राग विचों आप जी सरवण कर रहे सी। अज दा ये पावन मुख वाक सतगुरु अर्जन साहिब जी का बख्शिश किया होया है। मनुख अपनी जिंदगी अंदर उच्चा उठना चाहता है, तरक्की करना चाहता है, ये मनुख का अधिकार है। और ये उच्चे उठन की, तरक्की करन दी, अगे वधन की भुख परमात्मा ने मनुख के मन अंदर रखी है। परमात्मा आप महान है, क्योंकि ये जीव परमात्मा की अंश है। ये जीव भी महान बनना चाहता है। ये जरूरी कि महान बने। जिन्नी दौड़ भज धरती ते हो रही है, ये सब उच्चे उठन लिए है, तरक्की कर ली है, अगे वधन दे लिए है। ये जो भुख परमात्मा ने रखी है, ये सदका ही ये जगत चल रहा है। ये रौनक जिहड़ी है जगत विच, ये चहल पहल है जिहड़ी जगत विच, ये दुनिया के जितने रंग तमाशे ने इस भुख करके ने। ये जरूरी है। पर उच्चे किवें उठना है, असी जिंदगी च महान किवें बनना है, इहदे लई सोच हर प्राणी की वखो वखरी है। कोई मनुख सोचता है कि मेरे को धन दौलत बहुत होवेगा तो मैं बड़ा महान बन जावांगा। वो फिर धन दौलत लई यतन करता है। धन दौलत होना चाहिए, धन दौलत लई यतन करने चाहिए ने। पर मनुख अपनी मेहनत करदियां करदियां
ਜਦੋਂ ਉਹਦੀ ਤਸੱਲੀ ਨਾ ਹੋਏ ਆਪਣੀ ਮਿਹਨਤ ਦੇ ਨਾਲ, ਫਿਰ ਕਹਿੰਦਾ ਬੇਈਮਾਨੀ ਕਰ ਲਓ, ਜ਼ਿਆਦਾ ਪੈਸੇ ਆਉਣਗੇ। ਕਿਉਂਕਿ ਜਦੋਂ ਦੌਲਤ ਨੂੰ ਹੀ ਅੱਗੇ ਵਧਣ ਦਾ ਸਾਧਨ ਸਮਝ ਲਿਆ, ਫਿਰ ਮਨੁੱਖ ਸੋਚਦਾ ਦੌਲਤ ਹੀ ਚਾਹੀਦੀ ਜਿੱਦਾਂ ਮਰਜ਼ੀ ਆਏ। ਫਿਰ ਮਨੁੱਖ ਦੌਲਤ ਦੀ ਖਾਤਰ ਬੇਈਮਾਨੀ ਕਰਦਾ ਹੈ, ਠੱਗੀਆਂ ਮਾਰਦਾ ਹੈ, ਹੋਰ ਅਨੇਕ ਤਰ੍ਹਾਂ ਦੀਆਂ ਹੇਰਾਫੇਰੀਆਂ ਕਰਕੇ ਉਹ ਦੌਲਤ ਇਕੱਠੀ ਕਰ ਲੈਂਦਾ ਹੈ, ਪਰ ਮਹਾਨ ਬਣਦਾ ਹੀ ਨਹੀਂ। ਉਹ ਜਿਸ ਸੁੱਖ ਦੀ ਖਾਤਰ ਉਹ ਯਤਨ ਕਰਦਾ ਸੀ, ਜਿਸ ਸ਼ੌਹਰਤ ਜਾਂ ਸ਼ੋਭਾ ਦੀ ਖਾਤਰ ਉਹ ਯਤਨ ਕਰਦਾ ਸੀ, ਉਹਨੂੰ ਮਿਲਦੀ ਨਹੀਂ ਹੈ। ਮਨੁੱਖ ਸੋਚਦਾ ਕਿਸੇ ਰੁਤਬੇ ਰਾਹੀਂ ਮੈਂ ਮਹਾਨ ਬਣ ਜਾਵਾਂਗਾ, ਉਹ ਰੁਤਬਿਆਂ ਲਈ ਯਤਨ ਕਰਦਾ ਹੈ। ਰੁਤਬੇ ਆ ਜਾਂਦੇ ਨੇ, ਅੰਦਰੋਂ ਫਿਰ ਉਹ ਖਾਲੀ ਜਿਹਾ ਰਹਿੰਦਾ, ਨਿਮਾਣਾ ਜਿਹਾ ਰਹਿੰਦਾ ਹੈ। ਹੋਰ ਅਨੇਕ ਤਰ੍ਹਾਂ ਦਾ ਗਿਆਨ, ਅਨੇਕ ਤਰ੍ਹਾਂ ਦੇ ਜਪ ਤਪ ਕਰਕੇ ਮਨੁੱਖ ਸੋਚਦਾ ਮੈਂ ਅੱਗੇ ਵੱਧ ਜਾਵਾਂਗਾ, ਪਰ ਇਹ ਯਤਨ ਤਾਂ ਅੱਗੇ ਵਧਣ ਲਈ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਕਿ ਜੋ ਜੋ ਕਰਮ ਕੀਓ ਲਾਲਚ ਲੱਗ, ਤਿਹ ਤਿਹ ਆਪ ਬੰਧਾਇਓ। ਇਹ ਜਿਉਂ-ਜਿਉਂ ਇਹ ਕਰਮ ਕਰਦਾ ਹੈ ਨਾ ਇਹੋ ਜਿਹੇ, ਤਿਉਂ ਤੇ ਵੱਜਦਾ ਜਾਂਦਾ ਹੈ, ਬੰਧਨਾਂ 'ਚ ਜਕੜਦਾ ਚਲਿਆ ਜਾਂਦਾ ਹੈ। ਮਾਇਆ ਇਹਨੇ ਸੁੱਖਾਂ ਲਈ ਖਾਤਰ ਇਕੱਠੀ ਕੀਤੀ ਸੀ, ਮਾਇਆ ਹੀ ਇਹਦੇ ਲਈ ਬੰਧਨ ਬਣ ਗਈ। ਇਹ ਦੁਨਿਆਵੀ ਰੁਤਬੇ ਦੇ ਦੁੱਖਾਂ ਦਾ ਕਾਰਨ ਬਣ ਗਈ। ਇਹੋ ਜਿਹਾ ਫਸ ਜਾਂਦਾ ਹੈ ਜਿਵੇਂ ਇੱਕ ਮੱਕੜੀ ਹੈ ਨਾ, ਮੱਕੜੀ ਆਪਣੇ 'ਚੋਂ ਇੱਕ ਤਾਰ ਕੱਢਦੀ ਹੈ, ਉਹਦੇ ਨਾਲ ਇੱਕ ਜਾਲ ਜਿਹਾ ਬਣਾਉਂਦੀ ਹੈ। ਉਹ ਜਾਲ ਬਣਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਕੀੜੇ ਮਕੌੜੇ ਹੋਰ ਜਿਹੜੇ ਨੇ ਇਸ ਜਾਲ 'ਚ ਫਸਣਗੇ ਤੇ ਉਹਨਾਂ ਨੂੰ ਮੈਂ ਖਾ ਲਵਾਂਗੀ। ਉਹ ਕੀੜੇ ਮਕੌੜੇ ਫਸਦੇ ਨੇ ਖਾਂਦੀ, ਪਰ ਆਪ ਵੀ ਉਹਦੇ 'ਚ ਫਸ ਕੇ ਉਹ ਮਰ ਜਾਂਦੀ ਹੈ। ਬਿਲਕੁਲ ਹਾਲਾਤ ਮਨੁੱਖ ਦੇ ਬਣਦੇ ਨੇ। ਮਨੁੱਖ ਸੋਚਦਾ ਕਿ ਧਨ ਦੌਲਤ ਦੁਨੀਆ ਦੇ ਰੁਤਬੇ ਜਿਹੜੇ ਮੇਰੇ ਸੁੱਖਾਂ ਦਾ ਸਾਧਨ ਬਣਨਗੇ, ਉਹ ਇਹਨਾਂ ਨੂੰ ਸੁੱਖਾਂ ਦਾ ਸਾਧਨ ਸਮਝਦਾ ਸਮਝਦਾ ਆਪ ਹੀ ਜੰਜਾਲ 'ਚ ਫਸ ਜਾਂਦਾ ਹੈ। ਫਿਰ ਉਹਦੇ ਕੋਲ ਨਿਕਲਿਆ ਨਹੀਂ ਜਾਂਦਾ, ਬੰਧਨਾਂ 'ਚ ਫਸ ਜਾਂਦਾ ਹੈ। ਕਿਉਂਕਿ ਇਹ ਪ੍ਰਮਾਤਮਾ ਕੀ ਅੰਸ਼ ਹੈ, ਇਹਦੇ ਅੰਦਰ ਫਿਰ ਉਹਦੇ 'ਚੋਂ ਨਿਕਲਣ ਦੇ ਲਈ ਭੁੱਖ ਪੈਦਾ ਹੁੰਦੀ ਹੈ, ਖਿੱਚ ਪੈਦਾ ਹੁੰਦੀ ਹੈ। ਫਿਰ ਉਹ ਬੰਧਨਾਂ ਤੋਂ ਮੁਕਤ ਤਾਂ ਹੋ ਸਕਦਾ ਹੈ ਜੇ ਕੋਈ ਮੁਕਤ ਵਿਅਕਤੀ ਇਹਨੂੰ ਉਹਦੇ ਤੋਂ ਕਰੇ। ਇਵੇਂ ਕਹਿ ਲਓ ਕਿ ਜਿਹੜਾ ਆਜ਼ਾਦ ਹੈ ਉਹੀ ਦੂਜੇ ਨੂੰ ਆਜ਼ਾਦ ਕਰੇਗਾ ਨਾ। ਜਿਹੜਾ ਆਪ ਹੀ ਬੰਧਨਾਂ 'ਚ ਬੱਝਿਆ ਹੈ, ਉਹ ਦੂਜਿਆਂ ਦੇ ਬੰਧਨ ਕਿੱਥੋਂ ਕੱਟੇਗਾ। ਇਸ ਕਰਕੇ ਮਨੁੱਖ ਦੇ ਆਲੇ ਦੁਆਲੇ ਜੋ ਕੁਝ ਵੀ ਹੈ, ਇਹ ਸਭ ਜੰਜਾਲ ਵਿੱਚ ਫਸੇ ਹੋਏ ਲੋਕ ਨੇ। ਸਤਿਗੁਰੂ ਜੀ ਕਹਿੰਦੇ ਜੇ ਇਹਨਾਂ ਬੰਧਨਾਂ ਤੋਂ ਮੁਕਤ ਹੋਣਾ ਹੈ, ਬੰਧਨਾਂ ਤੋਂ ਮੁਕਤ ਇੱਕ ਪਰਮਾਤਮਾ ਹੈ। ਪਰਮਾਤਮਾ ਮੁਕਤ ਹੈ, ਗੁਰੂ ਮੁਕਤ ਹੈ। ਬਸ ਉਸ ਗੁਰੂ ਦੇ ਪਿਆਰ 'ਚ ਜੁੜ ਕੇ ਅਸੀਂ ਮੁਕਤ ਹੋ ਸਕਦੇ ਹਾਂ, ਪਰਮਾਤਮਾ ਦੇ ਪਿਆਰ ਜੁੜ ਕੇ ਅਸੀਂ ਮੁਕਤ ਹੋ ਸਕਦੇ ਹਾਂ। ਗੁਰੂ ਰਾਮਦਾਸ ਜੀ ਦਾ ਇੱਕ ਅੰਮ੍ਰਿਤ ਬਚਨ ਹੈ, ਸੇ ਮੁਕਤ ਪਏ, ਸੇ ਮੁਕਤ ਪਏ, ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਂਸੀ। ਜਿਨ੍ਹਾਂ ਨੇ ਪ੍ਰਮਾਤਮਾ ਨੂੰ, ਪ੍ਰਭੂ ਨੂੰ, ਵਾਹਿਗੁਰੂ ਜੀ ਨੂੰ ਚੇਤੇ ਕੀਤਾ, ਉਹ ਮੁਕਤ ਹੋ ਗਏ, ਸੁਤੰਤਰ। ਮੁਕਤ ਦਾ ਅਰਥ ਹੈ ਸੁਤੰਤਰ। ਮੁਕਤ ਐਸੇ ਜ਼ਿੰਦਗੀ 'ਚ ਹੀ ਹੋਣਾ ਹੈ, ਸੁਤੰਤਰਤਾ ਦੀ ਐਸੇ ਜ਼ਿੰਦਗੀ 'ਚ ਲੋੜ ਹੈ। ਅਸੀਂ ਪਰਤੰਤਰ ਹਾਂ, ਵਿਕਾਰਾਂ ਦੇ ਅਧੀਨ ਹਾਂ, ਮਾਇਆ ਦੇ ਗੁਲਾਮ ਹਾਂ। ਅਸੀਂ ਹੋਰ ਅਨੇਕ ਤਰ੍ਹਾਂ ਦੀਆਂ ਲੋੜਾਂ ਦੇ ਗੁਲਾਮ ਬਣ ਕੇ ਰਹਿ ਗਏ ਹਾਂ। ਇਹੀ ਕਾਰਨ ਹੈ ਕਿ ਜ਼ਿੰਦਗੀ ਦਾ ਆਨੰਦ ਨਹੀਂ ਹੈ। ਜਿੰਨੀ ਵਧੀਆ ਜ਼ਿੰਦਗੀ ਹੈ, ਜਿੰਨੀ ਮਹਾਨ ਜ਼ਿੰਦਗੀ ਹੈ, ਜਿੰਨੀ ਵਧੀਆ ਧਰਤੀ ਹੈ, ਉਹਨੇ ਅਸੀਂ ਪ੍ਰਸੰਨ ਨਹੀਂ ਹਾਂ। ਉਹਦਾ ਕਾਰਨ ਕਿ ਗੁਲਾਮ ਬੰਦਾ ਪ੍ਰਸੰਨ ਕੀ ਰਹਿ ਸਕਦਾ ਹੈ। ਜਿਸ ਬੰਦੇ ਨੂੰ ਬੰਧਨਾਂ ਵਿੱਚ ਬੰਨਿਆ ਹੋਵੇ ਜਾਂ ਗੁਲਾਮ ਹੋਏ, ਉਹਨੇ ਵਿਚਾਰੇ ਨੇ ਪ੍ਰਸੰਨ ਕੀ ਰਹਿਣਾ। ਭਾਵੇਂ ਉਹਨੂੰ ਤੁਸੀਂ ਸੋਨੇ ਦੇ ਤਖਤ ਤੇ ਕਿਉਂ ਨਾ ਬਿਠਾ ਦਿਓ, ਉਹ ਤੇ ਉੱਥੇ ਵੀ ਬੜਾ ਗਮਗੀਨ ਰਹੇਗਾ। ਮਨੁੱਖ ਬੰਧਨਾਂ ਵਿੱਚ ਬੱਝਿਆ ਹੋਇਆ, ਜਿੰਨਾ ਚਿਰ ਇਹ ਬੰਧਨਾਂ ਵਿੱਚ ਹੈ, ਕਦੀ ਪ੍ਰਸੰਨ ਨਹੀਂ ਹੋ ਸਕਦਾ, ਕਦੀ ਉੱਚਾ ਨਹੀਂ ਉੱਠ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨਾ, ਬੰਧਨਾਂ ਤੋਂ ਮੁਕਤ ਹੋਣ ਦਾ ਇੱਕੋ ਇੱਕ ਸਾਧਨ ਹੈ ਪਰਮਾਤਮਾ। ਔਰ ਉਸ ਪਰਮਾਤਮਾ ਦੇ ਪਿਆਰ ਜੁੜਾਂਗੇ, ਸਤਿਗੁਰੂ ਜੀ ਕਹਿੰਦੇ ਨੇ ਅਸੀਂ ਬੰਧਨਾਂ ਤੋਂ ਮੁਕਤ ਹੋ ਜਾਵਾਂਗੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਮੁੱਖ ਵਾਕ ਰਾਹੀਂ ਮਨੁੱਖ ਦੀ ਇਹ ਹਾਲਤ ਦਾ ਜ਼ਿਕਰ ਕਰਕੇ ਕਿ ਮਨੁੱਖ ਇਹਨਾਂ ਬੰਧਨਾਂ 'ਚ ਫਸਦਾ ਵੀ ਆਪ ਹੀ ਹੈ, ਪਰਮਾਤਮਾ ਨਹੀਂ ਫਸਾਉਂਦਾ, ਫਸਦਾ ਵੀ ਆਪ ਹੈ। ਮਨੁੱਖ ਫਸਦਾ ਆਪਣੇ ਲਾਲਚ ਕਰਕੇ। ਪੰਛੀ ਹੁੰਦਾ ਹੈ ਨਾ, ਪੰਛੀਆਂ ਨੂੰ ਫੜਨ ਦੇ ਲਈ ਸ਼ਿਕਾਰੀਆਂ ਨੇ ਇੱਕ ਦਾ ਬਣਾਇਆ ਹੁੰਦਾ ਹੈ। ਉਹ ਦਾਣੇ ਖਿਲਾਰ ਦਿੰਦੇ ਨੇ, ਦਾਣੇ ਖਿਲਾਰ ਕੇ ਦੂਰ ਇੱਕ ਜਾਲ ਲਾ ਦਿੰਦੇ ਨੇ। ਉਹ ਦਾਣੇ ਜਾਲ ਤੱਕ ਜਾਂਦੇ ਨੇ, ਪੰਛੀ ਦਾਣਿਆਂ ਦੇ ਲਾਲਚ ਆ ਜਾਂਦਾ ਹੈ, ਚੁਗਦਾ 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 ਜਾਲ 'ਚ ਫਸ ਜਾਂਦਾ ਹੈ। ਫਿਰ ਉਹਨੂੰ ਉੱਥੋਂ ਕਾਬੂ ਕਰਕੇ ਪਿੰਜਰੇ 'ਚ ਪਾ ਲੈਂਦੇ ਨੇ। ਬਸ ਮਾਇਆ ਨੇ ਵੀ ਇਹੋ ਜਿਹਾ ਜਾਲ ਵਿਛਾਇਆ ਹੋਇਆ ਹੈ। ਬੰਦੇ ਨੂੰ ਮਾਇਆ ਦੇ ਸੁੱਖ ਲੱਗਦੇ ਵਧੀਆ ਨੇ, ਮਿੱਠੇ ਲੱਗਦੇ ਨੇ। ਇਹਨਾਂ ਸੁੱਖਾਂ ਦੇ ਰਸ ਵਿੱਚ ਪਿਆ ਪਿਆ ਇਹੋ ਜਿਹਾ ਜਾਲ 'ਚ ਫਸਦਾ ਹੈ, ਬੰਧਨਾਂ 'ਚ ਫਸਦਾ ਹੈ ਕਿ ਸਾਰੀ ਜ਼ਿੰਦਗੀ ਇਹ ਗੁਲਾਮ ਹੋ ਕੇ ਬਤੀਤ ਕਰ ਦਿੰਦਾ ਹੈ। ਇਹਨਾਂ ਬੰਧਨਾਂ ਤੋਂ ਮੁਕਤ ਹੋਣ ਦਾ ਤਰੀਕਾ ਕੀ ਹੈ?
सतगुरु सच्चे पातशाह जी कहते इको एक तरीका असीं परमात्मा की शरण लईए, परमात्मा को अरदास करिए। जिवें मनुख इन्हां बंधनां च फसदा है ते इन्हां बंधनां तो मुक्त होने का तरीका की है, सतगुरु जी बख्शिश कर रहे ने अज दे इस पवित्र मुख वाक दे राहीं। आओ आपां मिल के गुरु साहिब जी दे ये अमृत बचनां दी विचार साझी करिए, गुरु के प्यार च जुड़दे हां। मुख तो सारे ही उच्चारण करिए जी, सतनाम श्री वाहिगुरु साहिब जी। सारंग महला पंजवा। अपनी इतनी कछु ना सारी। ये गुरु के पावन अमोल बचन सतगुरु जी के पावन अंक 1215 ते अंकित ने। सतगुरु अर्जन साहब जी महाराज कहते अपनी इतनी कछु ना सारी। अपनी दर्थ के जो चीज साडी अपनी है, दरअसल जिन्हों असी अपने समझते वो साडे अपने नहीं है। असी सोचते घर अपना, घर ते जान लगिया नाल ही नहीं जाता, फिर अपना किवें? असी सोचते रिश्तेदार अपने ने, रिश्तेदार ते सब सुख वेले हुंदे ने, दुख वेले नेड़े कोई नहीं लगता, ये फिर अपने किवें होए? असी दुनिया के धन दौलत नूं अपना गिणदे हां। गुरबाणी कहंदी सब किछ अपना इकराम पराया। बंदे ने सारियां चीज़ां नूं अपने गिणिया होया, ऐ भी मेरा है, ऐ भी मेरा है। पर जिहड़ा इहदा मेरा सी ना, उहनूं इहने बगाना गिण लिया। इहदा सी परमात्मा। गुरबाणी विच सतगुरु जी ने बचन के छोड़ जाए से करह पराल, काम ना आवे से जंजाल, संग सहाई सो आवे ना चीत, जो बैराई से मीत। जो इहदा संगी साथी है वो तेनू कदी चेते ही नहीं आउंदा। जो इहदे वैरी ने उन्हां दे नाल इहने प्यार पाया होया, इन्हां ये मनुख भुलिया होया। सतगुरु जी कहंदे जिहड़ी चीज़ इहदी अपनी सी ना, जिन्हें इहदे साथ निभना सी, अपनी इतनी कछु ना सारी। इहदी जिंदगी दी जिहड़ी अपनी दौलत है, अपनी जिहड़ी पूंजी है, उन्होंने तो इन्हें थोड़ा जिहा भी संभालिया नहीं है, थोड़ा जिहा भी उधर ध्यान नहीं दिता। अपना की सी? अपना सी इहदा किरदार। देखो कुछ वो लोग हुंदे ने जिहड़े माया दे मोह च पै के अपनी नैतिकता तो डिग जाते हैं, जिन्होंने आपां कहने दीन गवाया दुनी स्यों दुनी ना चाली साथ। दुनिया की खातर बेईमान हो जाना ये दीन नूं गवाउण वाली गल है। दुनिया की खातर झूठ का आसरा लेना, दुनिया की खातर होर अनेक तरह के जोर जुल्म करने, ये समझो कि दीन गवाउण वाली गल है। मनुख दीन गवाउंदा कादी खातर है? कि परिवार पालना है, रिश्तेदार खुश होणगे, मेरे को इन्ना पैसा, दुनिया खुश होवेगी। दुनिया की खातर दीन गवा लैंदा है, पर यह दुनिया नाल नहीं जाती। जो असी कर्म करांगे उन्हां ने नाल जाना है। बाबा फरीद साहब जी ने कहा सी, अमल जे कीते दुनी विच से दरगह आए कम। जो अमल करते कर्म करते वो साडे हमेशा साथी रहणगे। वो भावें चंगे ने भावें वो माड़े ने, वो साडा साथी रहणगे। कोई धन साडा साथी नहीं रहेगा, कोई व्यक्ति कोई रिश्तेदार साडा साथी नहीं रहेगा, कोई दुनिया का रुतबा जां कोई होर जमीन जायदाद साडा साथ नहीं देवेगी। साडा साथ तां साडे शरीर ने नहीं देना। असी शरीर नहीं हाँ, शरीर सानू परमात्मा ने दिता है, एक महान मौका दिता है, एक साधन दिता है, एक वड्डी दात दिती है। लेकिन असी सोचिया शरीर साडा है। गुरबाणी ने सुचेत किया कि जाग लेहो रे मना जाग लेहो, कहाँ गाफल सोया, जो तन उपजे संग ही सो भी संग ना होया। ओ मना जाग, तू कितने गफल दी नींद में सुता पे है? तू कहना कि सब कुछ मेरा है, पर भलिया तेरा तो शरीर भी तेरा नहीं है। ये भी जान लगे नाल नहीं लैके जांदा। हुण जिहड़ी चीज़ अपनी सी इहदी, उहदे वाले ने थोड़ा भी ध्यान नहीं दिता, रता जिन्ना भी ध्यान नहीं दिता। अपनी इतनी कछु ना सारी। सारी दा अर्थ हुंदा संभाल। जिहड़ी इहदी जिंदगी दी अपनी पूंजी सी ना, उहनूं इन्ने थोड़ा जिहा भी नहीं संभालिया, बिल्कुल ध्यान नहीं दिता। साडी जिंदगी दी पूंजी की है? सच ते चलना। साडी जिंदगी दी पूंजी की है? दयावान हो जाना। साडी जिंदगी दी पूंजी की है? दूजियां दी मददगार बनना, जिंदगी अंदर शुभ गुणां दी धारणी बनना।
ਜਿਹੜੀ ਗੱਲ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਚ ਕਹੀ ਨਾ ਕਿ ਬੇੜਾ ਬੰਦ ਨ ਸਕਿਓ ਬੰਧਨ ਕੀ ਬੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਸਾਨੂੰ ਵਾਹਿਗੁਰੂ ਜੀ ਨੇ ਮੌਕਾ ਦਿੱਤਾ। ਮੌਕਾ ਇਹ ਦਿੱਤਾ ਕਿ ਅਸੀਂ ਜੀਵਨ ਦੇ ਅੰਦਰ ਇੱਕ ਇਹੋ ਜਿਹਾ ਬੇੜਾ ਕਾਇਮ ਕਰ ਸਕੀਏ। ਬੇੜਾ ਦਾ ਅਰਥ ਸ਼ਖਸੀਅਤ, ਇੱਕ ਇਹੋ ਜਿਹੀ ਆਪਣੀ ਜ਼ਿੰਦਗੀ ਬਣਾ ਸਕੀਏ, ਆਪਣੀ ਹਸਤੀ ਬਣਾ ਸਕੀਏ। ਕਿਹੋ ਜੀ? ਕਿ ਸਾਡੀ ਜ਼ਿੰਦਗੀ ਜਿੰਨੇ ਮਰਜ਼ੀ ਦੁੱਖਾਂ ਦੇ ਸਮੁੰਦਰ ਆ ਜਾਣ, ਅਸੀਂ ਉਹਨਾਂ ਦੇ ਵਿੱਚ ਡੁੱਬੀਏ ਨਾ, ਅਸੀਂ ਉਹਨਾਂ ਨੂੰ ਪਾਰ ਕਰ ਜਾਈਏ। ਦੇਖੋ, ਜਿਵੇਂ ਆਪਾਂ ਦੇਖਦੇ ਹਾਂ ਦਰਿਆਵਾਂ ਦੇ ਕੰਢਿਆਂ ਤੇ ਰਹਿਣ ਵਾਲੇ ਜਾਂ ਪਹਾੜੀ ਇਲਾਕਿਆਂ ਜਿੱਥੇ ਕਿਤੇ ਚੋਅ ਹੁੰਦੇ ਨੇ, ਉੱਥੇ ਰਹਿਣ ਵਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਪਤਾ ਕਿ ਵਰਖਾ ਦੇ ਦਿਨਾਂ 'ਚ ਪਾਣੀ ਆ ਜਾਣਾ ਹੈ, ਤੇ ਉਹ ਪਾਣੀ ਦੇ ਬਚਾਅ ਲਈ ਪਹਿਲਾਂ ਹੀ ਸਾਧਨ ਕਰ ਲੈਂਦੇ ਨੇ, ਜਾਂ ਪਾਣੀ ਨੂੰ ਪਾਰ ਕਰਨ ਦੇ ਲਈ ਪਹਿਲਾਂ ਹੀ ਉਹ ਪ੍ਰਬੰਧ ਕਰ ਲੈਂਦੇ ਨੇ। ਪਰ ਜਿਹੜੇ ਨਹੀਂ ਕਰਦੇ, ਜਦੋਂ ਪਾਣੀ ਆ ਜਾਂਦਾ ਫਿਰ ਉਹਨਾਂ ਦਾ ਨੁਕਸਾਨ ਹੁੰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਨੂੰ ਜ਼ਿੰਦਗੀ ਮਿਲੀ ਹੈ, ਜ਼ਿੰਦਗੀ ਦੇ ਅੰਦਰ ਅਸੀਂ ਕੋਈ ਤਿਆਰੀ ਕਰ ਲਈਏ। ਉਹ ਤਿਆਰੀ ਸੀ ਸਾਡੇ ਕਰੈਕਟਰ ਦੀ, ਕਿਰਦਾਰ ਦੀ, ਆਪਣੇ ਆਚਾਰ ਦੀ। ਇਹ ਰੋਜ਼ ਜੋ ਅਸੀਂ ਕਰਮ ਕਰਦੇ ਹਾਂ ਨਾ, ਜੋ ਵੀ ਕਰਦੇ ਹਾਂ, ਉਹ ਭਾਵੇਂ ਚੰਗਾ ਹੈ ਭਾਵੇਂ ਮਾੜਾ ਹੈ, ਉਹ ਸਾਡਾ ਕਿਰਦਾਰ ਬਣਾਉਂਦਾ ਹੈ। ਜੋ ਦੇਖਦੇ ਹਾਂ, ਜੋ ਸੁਣਦੇ ਹਾਂ, ਜੋ ਖਾਂਦੇ ਹਾਂ, ਜੋ ਬੋਲਦੇ ਹਾਂ, ਜੋ ਸੋਚਦੇ ਹਾਂ, ਉਹਦੇ ਨਾਲ ਸਾਡਾ ਇੱਕ ਬੇੜਾ ਤਿਆਰ ਹੁੰਦਾ ਹੈ। ਬੇੜਾ, ਜਿਵੇਂ ਬੇੜੇ ਤੇ ਬੈਠ ਕੇ ਅਸੀਂ ਪਾਣੀ ਤੋਂ ਪਾਰ ਜਾਈਦਾ ਹੈ। ਹੁਣ ਬੇੜਾ ਮਾੜਾ ਹੋਏਗਾ ਤੇ ਡੁੱਬਾਂਗੇ ਨਾ ਆਪਾਂ। ਬੇੜਾ ਮਾੜਾ ਹੋਏਗਾ, ਪਾਰ ਨਹੀਂ ਉਤਰ ਸਕਾਂਗੇ। ਬੇੜਾ ਮਜ਼ਬੂਤ ਹੋਣਾ ਚਾਹੀਦਾ ਹੈ। ਇਸ ਕਰਕੇ ਇਹ ਜੀਵਨ ਮਿਲਿਆ ਸੀ ਇਸ ਲਈ ਨਹੀਂ ਕਿ ਆਪਾਂ ਕੇਵਲ ਸੁੱਖ ਰਹਿਣਾ ਹੈ, ਕੋਈ ਜ਼ਿੰਦਗੀ 'ਚ ਰੁਕਾਵਟ ਨਾ ਆਏ, ਕੋਈ ਜ਼ਿੰਦਗੀ 'ਚ ਕੋਈ ਕਿਸ ਤਰ੍ਹਾਂ ਦੀ ਮੁਸੀਬਤ ਨਾ ਆਏ, ਇਸ ਲਈ ਨਹੀਂ ਸੀ ਜ਼ਿੰਦਗੀ। ਧਾਰਮਿਕ ਲੋਕਾਂ ਨੇ ਦੱਸਿਆ ਹੀ ਇਸੇ ਲਈ ਹੈ। ਆਪਾਂ ਕਹਿੰਦੇ ਕਿ ਜੇ ਦੁੱਖ ਹੈ ਫਲਾਣੇ ਥਾਂ ਅਰਦਾਸ ਕਰ ਲਓ, ਠੀਕ ਹੈ, ਅਰਦਾਸ ਕਰੋ, ਉਹਨਾਂ ਥਾਵਾਂ ਤੇ ਜਾਓ, ਗੁਰੂ ਦੀ ਗੱਲ ਸੁਣੋ, ਗੁਰੂ ਦਾ ਗਿਆਨ ਪ੍ਰਾਪਤ ਕਰੋ। ਪਰ ਇਹ ਤਾਂ ਨਹੀਂ ਹੈ ਕਿ ਤੁਸੀਂ ਕਹੋ ਕਿ ਦੁੱਖ ਜ਼ਿੰਦਗੀ 'ਚ ਆਏਗਾ ਹੀ ਨਹੀਂ। ਦੁੱਖ ਪਰਮਾਤਮਾ ਤੇ ਦਿੰਦਾ ਕੋਈ ਨਹੀਂ ਹੈ। ਦੁੱਖ ਸਾਡੀਆਂ ਕਮਜ਼ੋਰੀਆਂ 'ਚੋਂ ਪੈਦਾ ਹੁੰਦੇ ਨੇ। ਜਿੰਨੇ ਅਸੀਂ ਅੰਦਰੋਂ ਕਮਜ਼ੋਰ ਹੋਵਾਂਗੇ, ਉਹਨੇ ਸਾਡੀ ਜ਼ਿੰਦਗੀ ਸਾਨੂੰ ਦੁੱਖ ਬਹੁਤੇ ਨਜ਼ਰ ਆਉਣਗੇ। ਦੁੱਖ ਸਾਡੀ ਸੋਚ ਵਿੱਚ ਨੇ, ਦੁੱਖ ਸਾਡੇ ਜੀਵਨ ਦੇ ਢੰਗ ਵਿੱਚ ਨੇ। ਪਰਮਾਤਮਾ ਨੇ ਤਾਂ ਇਹੋ ਜਿਹਾ ਦੁੱਖ ਕੋਈ ਨਹੀਂ ਬਣਾਇਆ। ਕੋਈ ਵੀ ਚੀਜ਼ ਪਰਮਾਤਮਾ ਨੇ ਮਾੜੀ ਨਹੀਂ ਬਣਾਈ। ਜੋ ਕੁਝ ਹੈ ਮਨੁੱਖ ਦੇ ਭਲੇ ਦੇ ਲਈ ਹੈ। ਪਰ ਮਨੁੱਖ ਨੂੰ ਦੁੱਖ ਉਹ ਚੀਜ਼ ਨਜ਼ਰ ਆਉਂਦੀ ਜਿਹੜੀ ਉਹਨੂੰ ਚੰਗੀ ਨਹੀਂ ਲੱਗਦੀ। ਹੁਣ ਉਹ ਜੋ ਚੰਗੀ ਨਹੀਂ ਲੱਗਦੀ ਜਾਂ ਦੁੱਖ ਹੈ, ਉਹ 'ਚ ਅਸੀਂ ਬੜੇ ਪੀੜਤ ਹੁੰਦੇ ਹਾਂ। ਅਸੀਂ ਉਸ ਪੀੜਾ ਤੋਂ ਬਚ ਸਕੀਏ, ਅਸੀਂ ਉਹ ਜ਼ਿੰਦਗੀ ਦੀਆਂ ਜਿਹੜੇ ਉਤਰਾਅ ਚੜ੍ਹਾਅ ਨੇ ਉਹਨਾਂ 'ਚ ਖਿੜੇ ਮੱਥੇ ਰਹਿ ਕੇ ਉਹਨਾਂ ਨੂੰ ਪਾਰ ਕਰ ਸਕੀਏ, ਉਹਦੇ ਲਈ ਤਿਆਰੀ ਸਾਨੂੰ ਕਰਨੀ ਪੈਣੀ ਸੀ। ਪਰ ਅਸੀਂ ਕੀਤੀ ਨਾ। ਜਿੰਨਾ ਮਰਜ਼ੀ ਕੋਈ ਧਨਵਾਨ ਹੋਏ, ਜਿੰਨਾ ਮਰਜ਼ੀ ਕੋਈ ਜੋਵੰਤ ਜਾਂ ਬਲਵੰਤ ਹੋਵੇ, ਦੇਖੋ ਉਹਦੀ ਜ਼ਿੰਦਗੀ ਦੇ ਅੰਦਰ ਅਜਿਹੇ ਸਮੇਂ ਤਾਂ ਆਉਣੇ ਹੀ ਨੇ, ਪਰ ਉਹਦੇ ਲਈ ਤਿਆਰੀ ਕੋਈ ਨਾ ਕੀਤੀ। ਸਤਿਗੁਰੂ ਜੀ ਕਹਿੰਦੇ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ। ਜਦੋਂ ਵੇਲਾ ਸੀ ਉਦੋਂ ਆਪਾਂ ਤਿਆਰੀ ਨਹੀਂ ਕੀਤੀ। ਵੇਲਾ, ਹਰ ਕੰਮ ਦਾ ਕੋਈ ਵੇਲਾ ਹੁੰਦਾ ਹੈ। ਜਿਹੜੇ ਵੇਲੇ ਨੂੰ ਸੰਭਾਲਦੇ ਨੇ ਉਹ ਸਫਲ ਹੋ ਜਾਂਦੇ ਨੇ। ਜ਼ਿੰਦਗੀ ਦੇ ਅੰਦਰ ਤੁਸੀਂ ਕੋਈ ਐਜੂਕੇਸ਼ਨ ਲੈਣੀ, ਉਹਦਾ ਕੋਈ ਟਾਈਮ ਹੈ, ਵੇਲਾ ਹੈ। ਤੇ ਜਦੋਂ ਲੰਘ ਜੇ ਵੇਲਾ ਫਿਰ ਤੁਸੀਂ ਕਹੋ ਪੜ੍ਹ ਲਈਏ, ਫਿਰ ਤੇ ਔਖਾ ਹੋ ਜਾਂਦਾ ਹੈ। ਤੁਸੀਂ ਜ਼ਿੰਦਗੀ ਦੇ ਅੰਦਰ ਕੋਈ ਧਨ ਕਮਾਉਣਾ ਹੈ, ਉਹਦਾ ਵੀ ਕੋਈ ਵੇਲਾ ਹੈ। ਜਵਾਨੀ 'ਚ ਹੀ ਬੰਦਾ ਮਿਹਨਤ ਕਰ ਸਕਦਾ ਹੈ, ਜੇ ਉਦੋਂ ਨਹੀਂ ਕਮਾ ਸਕੇ ਫਿਰ ਔਖਾ ਹੋ ਜਾਏਗਾ। ਜ਼ਿੰਦਗੀ ਦੇ ਅੰਦਰ ਤੁਸੀਂ ਸਰੀਰ ਦੀ ਸੰਭਾਲ ਕਰਨੀ, ਉਹਦਾ ਵੀ ਕੋਈ ਵੇਲਾ ਹੈ। ਜਵਾਨੀ ਵੇਲੇ ਜਿੱਦਾਂ ਦਾ ਸਰੀਰ ਬਣਾ ਲੋਗੇ ਤੁਸੀਂ, ਫਿਰ ਬਿਰਧ ਅਵਸਥਾ 'ਚ ਵੀ ਤੁਸੀਂ ਤੰਦਰੁਸਤ ਰਹੋਗੇ। ਇਹ ਬਜ਼ੁਰਗ ਦੇਖੇ ਨੇ ਜਿਨ੍ਹਾਂ ਨੇ ਜ਼ਿੰਦਗੀ 'ਚ ਸਰੀਰ ਦੀ ਦੇਖ ਰੇਖ ਕੀਤੀ ਹੈ, ਉਹ 100 ਸਾਲ ਦੇ ਹੋ ਕੇ ਵੀ ਐਵੇਂ ਲੱਗਦੇ ਐ ਸਰੀਰ ਉਹਨਾਂ ਕੋਲ ਰੋਗ ਨਹੀਂ ਹੈ, ਠੀਕ ਠਾਕ ਨੇ। ਠੀਕ ਹੈ, ਉਮਰ ਦੇ ਨਾਲ ਸਰੀਰ ਦਾ ਰੰਗ ਢੰਗ ਬਦਲ ਜਾਂਦਾ ਹੈ, ਪਰ ਉਹ ਬੜੇ ਜਵਾਨ ਲੱਗਦੇ ਨੇ। ਇਸੇ ਤਰੀਕੇ ਨਾਲ ਤੁਸੀਂ ਕੁਝ ਵੀ ਕਰਨਾ ਹੈ, ਉਹਦਾ ਕੋਈ ਟਾਈਮ ਹੁੰਦਾ ਹੈ। ਤੁਸੀਂ ਰੱਬ ਦੇ ਪਿਆਰ ਜੋੜਨਾ ਹੈ, ਉਹਦਾ ਵੀ ਕੋਈ ਟਾਈਮ ਹੈ। ਇਹ ਨਹੀਂ ਹੈ ਕਿ ਸਾਰੀ ਜ਼ਿੰਦਗੀ ਮੈਂ ਪਾਪ ਕਰਮ ਕਰਦਾ ਰਵਾਂ, ਜਦੋਂ ਮੈਨੂੰ ਅੱਖੀਆਂ ਤੋਂ ਨਜ਼ਰ ਨਹੀਂ ਆਉਂਦਾ, ਜਦੋਂ ਮੈਨੂੰ ਕੰਨਾਂ ਤੋਂ ਸੁਣਿਆ ਨਹੀਂ ਜਾਂਦਾ, ਉਦੋਂ ਕਹਾਂ ਜੀ ਮੈਨੂੰ ਹੁਣ ਰੱਬ ਦੇ ਨਾਮ ਦੇ ਨਾਲ ਜੋੜ ਦਿਓ। ਇਹ ਕੋਈ ਕਿਸ਼ਿੰਚ ਨਹੀਂ ਹੋ ਜਾਏਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਵੇਲਾ ਸੀ, ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਧੁਨੀ ਸਿਓ, ਮਰਗ ਸਵਾਈ ਨੀਹੀ ਜਾਂ ਭਰਿਆ ਤਾਂ ਲੱਦਿਆ। ਜਾਂ ਤੋ ਖੱਟਣ ਵੇਲ, ਵੇਲ ਮੈਂ ਨਾ ਵੇਲਾ, ਟਾਈਮ, ਸਮਾਂ, ਉਹ ਭਰਿਆ ਜਦੋਂ ਤੇਰਾ ਕਮਾਈ ਕਰਨ ਦਾ ਵੇਲਾ ਸੀ ਨਾ, ਖੱਟੀ ਕਰਨ ਦਾ ਵੇਲਾ ਸੀ, ਉਦੋਂ ਤੂੰ ਸੁੱਤਾ ਹੀ ਰਿਹਾ, ਆਵੇਸਲਾ ਰਿਹਾ। ਹੁਣ ਮੌਤ ਦੀ ਨੀਂਹ ਹੋ ਗਈ ਪੱਕੀ, ਪਾਪਾਂ ਦਾ ਬੇੜਾ ਗਿਆ ਤੇਰਾ ਭਰ, ਹੁਣ ਤੇ ਇੱਥੋਂ ਜਾਣਾ ਪੈਣਾ।
ਤੇ ਤੂੰ ਹੁਣ ਕਹੇ ਜੀ ਹੁਣ ਮੈਨੂੰ ਸੁਖਮਨੀ ਸਾਹਿਬ ਸੁਣਾ ਦਿਓ, ਮੈਨੂੰ ਰੱਬ ਮਿਲ ਜਾਏਗਾ ਜਾਂ ਸੁੱਖ ਮਿਲ ਜਾਏਗਾ। ਭਾਈ ਉਹ ਤੇ ਚੰਗੀ ਗੱਲ ਹੈ ਸੁਖਮਨੀ ਸਾਹਿਬ ਸੁਣਨਾ, ਪਰ ਉਹ ਏਦਾਂ ਗੱਲ ਨਹੀਂ ਬਣੇਗੀ। ਉਹਦੇ ਲਈ ਤੇ ਰੋਜ਼ ਹੀ ਸਾਨੂੰ ਗੁਰੂ ਕੀ ਬਾਣੀ ਸੁਣਨੀ ਪਏਗੀ ਨਾ। ਤੇ ਰੋਜ਼ ਤੇ ਬੰਦਾ ਕਹਿੰਦਾ ਮੇਰੇ ਕੋਲ ਟਾਈਮ ਹੀ ਨਹੀਂ ਹੈ। ਦੁਨਿਆਵੀ ਕੰਮਾਂ ਦੇ ਲਈ ਇੰਨਾ ਬੰਦਾ ਖਚਤ ਹੋ ਜਾਂਦਾ ਹੈ, ਕਿਉਂਕਿ ਇਹ ਸੋਚਦਾ ਕਿ ਦੁਨੀਆ ਦੇ ਧਨ ਨਾਲ ਹੀ ਮੈਂ ਉੱਚਾ ਉੱਠ ਸਕਾਂਗਾ ਜਾਂ ਤਰੱਕੀ ਕਰ ਸਕਾਂਗਾ, ਦੁਨੀਆ ਦੇ ਰੁਤਬਿਆਂ ਨਾਲ ਹੀ ਮੈਂ ਉੱਚਾ ਉੱਠ ਸਕਾਂਗਾ। ਉਹ ਇਹ ਸੋਚ 'ਚ ਪੈ ਕੇ ਇਹੋ ਜਿਹਾ ਜੰਜਾਲ 'ਚ ਫਸ ਜਾਂਦਾ ਕਿ ਨਿਕਲਦਾ ਨਹੀਂ ਹੈ। ਤੇ ਗੁਰੂ ਬਾਬਾ ਜੀ ਕਹਿੰਦੇ ਜਿਹੜੇ ਕੰਮ ਲਈ ਆਇਆ ਸੀ ਨਾ, ਉਧਰ ਇਹਨੇ ਧਿਆਨ ਹੀ ਨਹੀਂ ਦਿੱਤਾ। ਇਸ ਪਵਿੱਤਰ ਮੁਖ ਵਾਕ ਅੰਦਰ ਸਤਿਗੁਰੂ ਜੀ ਨੇ ਮਨੁੱਖ ਨੂੰ ਗਵਾਰ ਕਹਿ ਕੇ ਸੰਬੋਧਨ ਕੀਤਾ ਹੈ। ਅਗਲੀਆਂ ਇੱਕ ਲਾਈਨਾਂ 'ਚ ਇੱਕ ਸਤਿਗੁਰੂ ਜੀ ਦਾ ਬਚਨ ਹੁੰਦਾ ਹੈ ਕਿ ਬੰਦਿਆ, ਜਿਨ੍ਹਾਂ ਨੂੰ ਤੂੰ ਆਪਣਾ ਸਾਥੀ ਸਮਝ ਰਿਹਾ ਹੈ ਸੋ ਕਾਮ ਨਹੀਂ ਗਵਾਰੀ, ਉਹਨਾਂ ਨੂੰ ਤੂੰ ਸਾਥੀ ਸਮਝ ਰਿਹਾ ਹੈ ਗਵਾਰ ਬੰਦੇ, ਜਿਹੜੇ ਤੇਰੇ ਕੰਮ ਨਹੀਂ ਆਉਣੇ। ਤੇ ਆਰੰਭ ਤੋਂ ਸਤਿਗੁਰੂ ਜੀ ਕਹਿੰਦੇ ਉਹ ਗਵਾਰ ਬੰਦੇ, ਤੂੰ ਉਸ ਚੀਜ਼ ਦੇ ਨਾਲ ਸਾਂਝ ਹੀ ਨਹੀਂ ਪਾਈ ਜਿਹੜੀ ਚੀਜ਼ ਆਪਣੀ ਸੀ ਤੇਰੀ। ਤੂੰ ਥੋੜਾ ਜਿੰਨਾ ਵੀ ਉਹ ਬੰਨੇ ਨਹੀਂ ਲੱਗਿਆ, ਥੋੜਾ ਜਿੰਨਾ ਵੀ ਰੱਬ ਵਾਲੇ ਬੰਨੇ, ਜਾਂ ਥੋੜਾ ਜਿੰਨਾ ਵੀ ਤੂੰ ਸੱਚ ਦੇ ਮਾਰਗ ਤੇ ਚੱਲਣ ਦਾ ਯਤਨ ਨਹੀਂ ਕੀਤਾ। ਅਨਕ ਕਾਜ ਅਨਕ ਧਾਵਰਤਾ ਉਰਜੋ ਆਨ ਜੰਜਾਰੀ, ਤੂੰ ਹੋਰ ਬੜੇ ਕੰਮਾਂ 'ਚ ਲੱਗਾ ਰਿਹਾ, ਦਿਨ ਰਾਤ ਲੱਗਾ ਰਿਹਾ। ਅਨਕ ਧਾਵਰਤਾ, ਧਾਵਰਤਾ ਰਤ ਕੇ ਤੂੰ ਅਨੇਕ ਤਰੀਕਿਆਂ ਦੀ ਦੌੜ ਭੱਜ ਬੜੀ ਕਰਦਾ ਹੈ। ਦੇਖੋ ਬੰਦੇ ਨੂੰ ਕਹੋ ਨਾ ਕਿ ਕਦੀ ਸਤ ਸੰਗਤ 'ਚ ਆ ਜਾ, ਕਹਿੰਦੇ ਟਾਈਮ ਹੀ ਨਹੀਂ ਮੇਰੇ ਕੋਲ, ਮੇਰੇ ਕੋਲ ਤਾਂ ਰੋਟੀ ਖਾਣ ਦਾ ਟਾਈਮ ਨਹੀਂ, ਤੁਸੀਂ ਸੰਗਤ ਦੀ ਗੱਲ ਕਰਦੇ ਹੋ। ਬੰਦੇ ਦੇ ਕੋਲ ਅੱਜ ਰੋਟੀ ਖਾਣ ਦਾ ਟਾਈਮ ਨਹੀਂ ਹੈ, ਉਹ ਇੰਨਾ ਕੁ ਜੰਜਾਲ 'ਚ ਫਸ ਚੁੱਕਿਆ ਹੈ। ਆਪਣੇ ਸਰੀਰ ਦਾ ਧਿਆਨ ਰੱਖਣ ਦਾ ਟਾਈਮ ਨਹੀਂ ਬੰਦੇ ਕੋਲ ਕਿ ਮੈਂ ਕੁਝ ਸਰੀਰ ਦੀ ਵੀ ਸੰਭਾਲ ਕਰਨੀ ਹੈ। ਅਸੀਂ ਕਾਰ ਲੈਂਦੇ ਆ ਨਾ, ਕਾਰ ਦੀ ਵੀ ਸਮੇਂ ਸਿਰ ਸਰਵਿਸ ਕਰਾਉਂਦੇ ਆ ਤਾਂ ਕਾਰ ਠੀਕ ਚੱਲਦੀ ਹੈ। ਉਹਦੀ ਸਾਫ਼ ਸਫਾਈ ਦਾ ਪ੍ਰਬੰਧ ਵੀ ਅਸੀਂ ਕੀਤਾ ਹੋਇਆ ਹੈ ਕਿ ਰੋਜ਼ ਸਵੇਰੇ ਧੋਣ ਵਾਲਾ ਆ ਜਾਏ, ਉਹਨੂੰ ਸਾਫ਼ ਰੱਖੇ, ਫਿਰ ਉਹਨੂੰ ਅਸੀਂ ਸਮੇਂ-ਸਮੇਂ ਤੇ ਕਾਰ ਵਾਸਤੇ ਲੈ ਜਾਂਦੇ ਆ, ਫਿਰ ਉਹਨੂੰ ਅਸੀਂ ਵਰਕਸ਼ਾਪ ਜਾ ਕੇ ਉਹਦੀ ਸਰਵਿਸ ਵੀ ਕਰਾਉਂਦੇ ਆ, ਉਹ ਤਾਂ ਠੀਕ ਚੱਲੇਗੀ। ਅਸੀਂ ਤੇ ਕਾਰ ਜਿੰਨਾ ਵੀ ਸਰੀਰ ਦਾ ਧਿਆਨ ਨਹੀਂ ਦਿੰਦੇ ਕਿ ਸਰੀਰ ਨੂੰ ਵੀ ਸਰਵਿਸ ਦੀ ਲੋੜ ਹੈ, ਸਰੀਰ ਨੂੰ ਵੀ ਸਫਾਈ ਦੀ ਲੋੜ ਹੈ, ਸਾਡੇ ਮਨ ਨੂੰ ਵੀ ਸਫਾਈ ਦੀ ਲੋੜ ਹੈ। ਇੱਧਰ ਤੇ ਬਿਲਕੁਲ ਧਿਆਨ ਨਹੀਂ ਦਿੰਦੇ। ਇੱਧਰ ਤੇ ਅਸੀਂ ਬੋਝ ਪਾਈ ਜਾਂਦੇ, ਮਨ ਦੇ ਉੱਪਰ ਪਾਈ ਚਲੇ ਜਾਂਦੇ, ਜੰਜਾਲ 'ਚ ਇਹੋ ਜਿਹੇ ਫਸ ਜਾਂਦੇ ਆ ਕਿ ਸਾਡਾ ਉਹ ਜਿਹੜਾ ਨਾ ਮਨ ਬੋਝ ਦੇ ਅਧੀਨ ਦਬਿਆ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਇਤਨੀ ਇਹਨਾਂ ਕੋ ਵੀ ਟਾਈਮ ਅਸੀਂ ਨਾ ਸਰੀਰ ਲਈ ਨਾ ਆਪਣੇ ਆਪ ਲਈ ਕੱਢਦੇ ਨਹੀਂ, ਕਿਉਂਕਿ ਅਸੀਂ ਇਹਨੇ ਕੋ ਫਸ ਗਏ। ਅਨਕ ਕਾਜ ਅਨਕ ਧਾਵਰਤਾ ਉਰਜਿਓ ਆਨ ਜੰਜਾਰੀ, ਅਨੇਕਾਂ ਹੋਰ ਕੰਮਾਂ 'ਚ ਅਸੀਂ ਪੈ ਗਏ। ਸਤਿਗੁਰੂ ਜੀ ਦਾ ਇੱਕ ਅੰਮ੍ਰਿਤ ਬਚਨ ਹੈ ਕਿ ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੂਝੈ ਕੋਏ। ਬੰਦਾ ਬੜੇ ਕੰਮ ਕਰਦਾ, ਕੰਮ ਕਰਦਿਆਂ ਕਰਦਿਆਂ ਜ਼ਿੰਦਗੀ ਮੁੱਕ ਜਾਂਦੀ ਹੈ, ਪਰ ਬੰਦੇ ਦੇ ਕੰਮ ਹੀ ਨਹੀਂ ਮੁੱਕਦੇ। ਕਹਿੰਦਾ ਜੇ ਕੰਮ ਬਾਕੀ ਰਹਿ ਗਏ ਨੇ। ਕਦੀ ਕੋਈ ਇਹੋ ਜਿਹਾ ਪ੍ਰਾਣੀ ਵਿਰਲਾ ਕਿਤੇ ਭਾਗਾਂ ਵਾਲਾ ਦੇਖਿਆ ਹੋਏਗਾ ਜਿਹੜਾ ਕਹੇਗਾ ਕਿ ਬਸ ਆਨੰਦ ਆ ਗਿਆ ਜ਼ਿੰਦਗੀ ਦਾ, ਭਾਈ ਬਹੁਤ ਕੁਝ ਕਰ ਲਿਆ, ਹੁਣ ਤੇ ਆਪਾਂ ਜ਼ਿੰਦਗੀ ਦੇ ਵਿੱਚ ਆਪਣੇ ਲਈ ਹੀ ਜਿਉਣਾ। ਕੋਈ ਭਾਗਾਂ ਵਾਲਾ ਪ੍ਰਾਣੀ ਜਿਹਦੇ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਗਈ ਹੈ। ਨਹੀਂ ਤੇ ਬੰਦਾ ਆਖਰੀ ਦਮ ਤੱਕ ਆਪਣੇ ਕੰਮਾਂ 'ਚ ਹੀ ਜੁੜਿਆ ਰਹਿੰਦਾ, ਅਨੇਕਾਂ ਕੰਮ ਕਰਦਾ ਹੈ, ਪਰ ਇੱਕ ਕੰਮ ਜਿਹੜਾ ਕਰਨਾ ਸੀ ਨਾ, ਜਿਹਦੇ ਪਰਛਾਏ ਸਤਿਗੁਰੂ ਜੀ ਕਹਿੰਦੇ ਕਿ ਆਪਣੀ ਇਤਨੀ ਕਛੂ ਨਾ ਧਾਰੀ, ਆਪਣੇ ਲਈ ਜਿਹੜਾ ਕੰਮ ਕਰਨਾ ਸੀ ਆਪਣੇ ਲਈ। ਇਹ ਧਨ ਸਾਨੂੰ ਕਿੰਨਾ ਕੁ ਚਾਹੀਦਾ ਹੈ। ਦੇਖੋ ਘਰ ਦੇ ਵਿੱਚ ਕਿੰਨੀ ਕੁ ਜਗ੍ਹਾ ਚਾਹੀਦੀ ਹੈ। ਕਾਰਜ ਸਾਡੇ 3 ਹੱਥ, ਘਣੀ ਤਾਂ ਪੌਣੇ 4, ਇੱਕ ਬਿਸਤਰਾ ਹੀ ਲਗਾਉਣਾ ਹੈ ਨਾ, ਉਹ ਕੀ ਹੈ 3.5-4 ਫੁੱਟ ਦਾ ਬਿਸਤਰਾ ਇੱਕ ਚਾਹੀਦਾ ਹੈ। ਉਹਦੇ 'ਚ ਹੀ ਰਾਤ ਸੌਂ ਕੇ ਬਤੀਤ ਕਰ ਦਿੰਦੇ ਆ, ਤੇ ਇਸ ਦੁਨੀਆ ਤੋਂ ਜਾਣ ਲੱਗਿਆ ਵੀ ਉਨੀ ਵੀ ਜਗ੍ਹਾ ਨਹੀਂ ਉਹ ਤੇ ਮਿਲਦੀ, ਉਹ ਤੇ ਆਪਾਂ ਸਵਾਹ ਬਣ ਜਾਂਦੀ, ਉਹ ਵੀ ਰੋੜ ਦਿੰਦੇ ਨੇ, ਉਹ ਵੀ ਨਹੀਂ ਲੈਂਦੇ ਆਪਾਂ। ਜਿਉਂਦੇ ਜੀ ਥੋੜੀ ਜਿਹੀ ਜਗ੍ਹਾ ਚਾਹੀਦੀ ਹੈ, ਪਰ ਜੇ ਤੇ ਕੇਵਲ ਆਰਾਮ ਕਰਨ ਦੀ ਲੋੜ ਹੋਏ ਫਿਰ ਤੇ ਥੋੜੀ ਜਗ੍ਹਾ ਚਾਹੀਦੀ ਹੈ। ਪਰ ਅੰਦਰ ਜਿਹੜੇ ਸਾਡੇ ਇੱਕ ਭਾਵਨਾ ਬਣੀ ਕਿ ਸਰ ਵੱਡੇ ਕਰਨਾ ਸੀ, ਵੱਡੇ ਬਣ ਜਾਵਾਂਗੇ, ਉਹ ਭਾਵਨਾ ਸਾਡੀ ਪੂਰੀ ਨਹੀਂ ਹੁੰਦੀ। ਇਸੇ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਜੀ ਕਹਿੰਦੇ ਮਨੁੱਖ ਜੰਜਾਲਾਂ 'ਚ ਫਸ ਜਾਂਦਾ ਹੈ, ਇੰਨਾ ਫਸ ਜਾਂਦਾ ਹੈ ਕਿ ਥੋੜਾ ਜਿੰਨਾ ਵੀ ਧਿਆਨ ਉਹ ਆਪਣੇ ਕੰਮਾਂ ਵੱਲ ਦਿੰਦਾ ਨਹੀਂ ਹੈ। ਅਨੇਕ ਕਾਜ, ਸਤਿਗੁਰੂ ਜੀ ਨੇ ਕਿਹਾ ਸੀ ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਆਹਰ ਮੇਣਾ ਕੰਮ, ਜਿਹੜਾ ਕੰਮ ਕਰਨਾ ਸੀ ਉਹ ਹੁੰਦਾ ਹੀ ਨਹੀਂ ਇਹਦੇ ਕੋਲੋਂ। ਨਾਨਕ ਜਿਤ ਆਹਰ ਜਗ ਉਧਰੈ, ਜਿਸ ਕੰਮ ਦੇ ਕਰਨ ਨਾਲ ਇਹਦਾ ਉਧਾਰ ਹੋਣਾ ਹੈ। ਉਧਾਰ ਦਾ ਅਰਥ ਹੁੰਦਾ ਉੱਚੇ ਉੱਠਣਾ, ਇਹਨੇ ਤਰੱਕੀ ਕਰਨੀ ਹੈ, ਇਹਨੇ ਮੁਕਤ ਹੋਣਾ ਜਿਸ ਕੰਮ ਦੇ ਨਾਲ।
जिस काम दे करन दे नाल असी दूजियां दा भी उधार कर सकते, जगत दा उधार कर सकते, वो काम बंदा करता ही नहीं है। देखो ना, असी अपने केवल स्वार्थ हित जी होंगे हैं। गुरु साहब जी ने एक बचन क्या सी, सब को निवे आपको पर को निवे ना कोई। जे असी धर्म नाल भी जुड़ते सिर्फ अपनी खातर कि सानू सुख मिल जाए, साडे परिवार नू सुख मिल जाए, इदों अगे वधदे तो थोड़ा जिहा अपने समाज की गल कर लैंदे हां, इदों अगे नहीं वधदे असीं। जिन्ना चिर असीं संकीर्ण सोच रखांगे, सब कुछ करदे हां, भावें वह धर्म कर्म भी क्यों ना होए, भावें रब दे नाम की गल क्यों ना होए, सब कुछ करदियां भी असीं कदी मुक्त नहीं हो सकते, सुतंत्र नहीं हो सकते, असीं बंधनां च बझे रवांगे। सब कुछ करदे हां, जदों असीं सरबत दे भले लई विचरांगे, साडा भला अपने आप ही हो ही जाएगा, दुनिया का भला तो साडा भला हो ही जाएगा। पर क्योंकि साडी ये सोच बनी नहीं है सरबत दे भले वाली, गुरमत दा मार्ग ही सरबत दे भले दा है। बाबा नानक जी कहंदे साडी तां सारी दुनिया दे नाल सांझ है, सारी दुनिया ही साडा भाईचारा है। गुरु के बचन कि आई पंथी सगल जमाती मन जीते जग जीत, ये सारी दुनिया साडा आई पंथ है। असीं अरदास करदे हां, सरबत दे भले दी गल करदे हां, जगत दा उधार जिहदे नाल होए वो काम तां विरला करदा है। जगत दा उधार, साडा उधार, वो उधार किदां होना है? उदाहरण के तौर पर असीं अक्सर गल करते रहने हैं कि साडा आला दुआला वधिया होना चाहिए तां ते दूजे भी सुखी रहन। कल्ला मेरा ही घर नहीं वधिया होना चाहिए, आला दुआला वधिया होना चाहिए, साडा समाज वधिया होना चाहिए, साडा पौण पानी वधिया होना चाहिए ताकि सारी दुनिया सुखी रहे। जदों जगत दे भले की गल करांगे, दूजियां दे भले की गल करांगे, उहदे च असीं अपने आप आ जावांगे। पर सतगुरू जी कहंदे जिस काम दे करन नाल साडा ते दूजियां दा उधार होना है, वो काम ते विरला ही कोई जाणदा है। नहीं तो बंदा सारी जिंदगी जंजालां च पिया होया ना, वो अपना जिहड़ा असली काम है उहदे लई इन्ना को भी ध्यान नहीं दिंदा, रति को भी ध्यान नहीं दिंदा, थोड़ा जिन्ना भी ध्यान दिंदा। गुरु का वचन है कि कीते को मेरा सम्मान है, करन हार तरन जाने। जिहड़ियां चीज़ां ते रब ने बनाईयां ने उन्हां नूं ना बंदा सुमेर पर्बत वांगू समझदा, सुमेर पर्बत वांगू। देखो ना, दिन रात असीं कादी खातर दौड़े भजे फिरदे, दुनिया की खातर ही तुरे फिरदे हैं। सुमेर पर्बत जिन्नी मानता दिती है, असीं अपनी अपनी जिंदगी का जे अंकड़े कढ़ के देखी ना, अंकड़े कढ़ के बड़ी ईमानदारी दे नाल सानूं कढ़ने चाहिए ने। जिहड़ी गल सतगुरू जी ने कहा कि जे परेशानियां तो बचना है ना, रोज पड़चोल करिया करो अपनी। रोज कंमकार दे विच सफल असीं तां हुंदे हां जे रोज कंमकार दा हिसाब रखते हैं कि भई असीं इन्ना पैसा लगाया, पूंजी लगाई, तो ये चो सानू आ की रहा है, अज की आया है, एक महीने च की आया है, साल च की आया है। तो जे असीं हिसाब किताब नहीं रखांगे तो कंमकार च सफल तो नहीं ना हो सकांगे, घाटे वधा ही सौदा रहेगा। जिवें दुनिया के कंमकार जिहड़े ने उन्हां दी पड़चोल करदे रहिने असीं करनी चाहिदी है, इवें अपनी जिंदगी की पड़चोल भी करनी चाहिए। बंदे खोज दिल हर रोज ना फिर परेशानी माही, अपनी खोज करनी चाहिए। पर सतगुरु साहब जी कहते साडी हालत के कीते कहो मेरा सम्मान है। जो चीज़ां रब ने बनाईयां ने उन्हां तो असीं सुमेर पर्वत वांगू समझदे हां, सारी जिंदगी उधर लगा दिंदे हां। इसे करके देखो ना, असीं कहने कि रोटी खाण दा टाइम नहीं, कई कहने मरण दा टाइम नहीं, तुसीं कहंदे आ सत संगत करिया करो, मरण दा टाइम नहीं। मरण दा टाइम तां रब ने आपे कढ लैना, सानू कढण दी लोड़ नहीं है। सानू टाइम थोड़ा अपने शरीर लिए जरूर कढ़ना चाहिए ताकि सौखा मरना हो जाए, बजाय कि रोगां च पै के एवें शरीर तड़फदे हस्पतालां च पै के असीं मरीए। रब नहीं चाहुंदा असीं हस्पतालां जाइए, रब नहीं चाहुंदा असीं मंडे च लेटीए। वो जदों साडा खाना पीना सोचना काम कार दा ढंग तरीका ही इहो जिहा बन जांदा, असीं शरीर दी अणदेखी करदे हां, फिर उहदे च इहो जिहे भयानक रोग पैदा हुंदे ने। जे असीं चाहुंदे हां, जिहड़ी सतगुरू जी ने गल कही है ना कि क्या जाना कि मरेंगे कैसा मरना होए, जेकर साहे मन न विसरे तां सहला मरना होए। साडा सहला मरना किवें होए? मौत तां आउणी आउणी, इहनूं कोई टाल नहीं सकदा, पर मौत सुहेली किवें होए, मौत सुखदाई किवें होए? देखो ये एक बड़ा जरूरी काम है कि मौत आउणी ही आउणी है, एक जरूरी काम है। साडी वो मौत सुखदाई आए, सुहेली आए, एवें तड़प के ना मरीए, आप दुखी होइए, परिवार भी दुखी होए, साडा इहो जी मौत ना आए साडी। फिर उहदे लई सतगुरू जी कहंदे कोई एक तरीका, जेकर साहिब मनो ना विसरे,
जे परमात्मा नहीं ना भुलेगा तो साडा सहला मरना होए। हुण परमात्मा ना भुलण दा पता की है भाव, ਉਹਦਾ भाव यह है कि साडी विचार वधिया रहे, साडा आहार वधिया रहे, साडा किरदार वधिया रहे, साडी शरीरक तंदुरुस्ती कायम रहे। शरीर नूं संभालना भी रब दी बंदगी है। आखो सतनाम श्री वाहिगुरू। गुरबाणी की नानक सो प्रभ सिमरिए तिस देही को पाल। रब दा सिमरन करना ते शरीर नूं संभालो। पहला रोगी बंदा रब दी की बंदगी करेगा भाई? जिहड़ा बंदा शरीर करके रोगी उन्हें रब दी बंदगी की करनी। इस करके शरीर दी संभाल जरूरी है। यह भी रब दी एक बंदगी दा हिस्सा है। गुरु साहब जी कहते पर मनुख दे कोल ते शरीर दी संभाल दा टाइम नहीं है। ਜਿਹੜੇ ਕੰਮ ਇਹਦੇ ਕੰਮ नहीं आने ਉਹਨਾਂ ਨੂੰ ਸਮੇਰ ਪਰਬਤ ਵਾਂਗੂ ਇਹ ਮਾਨਤਾ ਦਿੰਦਾ, ਸਮੇਰ ਪਰਬਤ ਵਾਂਗੂ। ਪਰ ਕਰਨਹਾਰ ਤਿਰਣ ਜਾਣੇ, ਜਿਸ ਪ੍ਰਮਾਤਮਾ ਨੇ ਇਹਨੂੰ ਕੀਤਾ ਉਹਨੂੰ ਤੇ ਇਹ ਕੱਖ ਜਿੰਨਾ ਜਾਣਦਾ ਕਿ ਤੇ ਕੱਖ ਜਿੰਨਾ ਵੀ ਨਹੀਂ ਜਾਣਦੇ। ਜਿਹੜਾ ਸਰੀਰ ਜਿਹਦੇ ਕਰਕੇ ਅਸੀਂ ਤੁਰੇ ਫਿਰਦੇ ਹਾਂ, ਦੇਖੋ ਨਾ ਸਾਡੇ ਪੈਰ ਤੰਦਰੁਸਤ ਨੇ ਤਾਂ ਹੀ ਅਸੀਂ ਤੁਰਦੇ ਹਾਂ, ਸਾਡੀਆਂ ਅੱਖਾਂ ਤੰਦਰੁਸਤ ਨੇ ਤਾਂ ਹੀ ਅਸੀਂ ਤੁਰਦੇ ਹਾਂ, साडा दिमाग तंदुरुस्त है तां ही असीं काम कर करते हैं, तां ही करते हैं ना। शरीर तंदुरुस्त है तो शरीर वाल भी असीं ध्यान ना बस कख को जिन्ना दिन्ने, कख को जिन्ना, ज्यादा नहीं। हाँ, शरीर नूं विगाड़न वाल ध्यान बड़ा है साडा। शरीर नूं विगाड़न वाल इन्ना को ध्यान है कि असीं सोचदे कि शरीर हैगा ही रासन पाउण लई बणिया होया, पाई जाओ, जो कुछ हुंदा पाई चले जाओ, ड्रम वांगू भरी चले जाओ। फिर उहदे चों रोग पैदा हुंदे ने। ਇਹਦੇ ਲਈ ਵੀ ਵਿਵੇਕ ਚਾਹੀਦਾ ਕਿ ਖਾਣਾ ਕੀ ਹੈ, ਜਿਉਣਾ ਕਿਵੇਂ ਹੈ। ਸਤਿਗੁਰੂ ਜੀ ਕਹਿੰਦੇ ਦੁੱਖ ਸਾਡੇ ਇਸ ਗੱਲ ਚੋਂ ਪੈਦਾ ਹੁੰਦੇ ਕਿ ਸਾਨੂੰ ਜਿਉਣਾ ਨਹੀਂ ਆਉਂਦਾ, ਸਾਨੂੰ ਖਾਣਾ ਨਹੀਂ ਆਉਂਦਾ। ਖਾਣਾ ਕੀ ਹੈ? ਸਾਹਿਬ ਕਹਿੰਦੇ ਨੇ ਮਨੁੱਖ ਦਾ ਹਾਲ ਇਹ ਹੈ ਜਿਸ ਕੰਮ 'ਚ ਇਹਦਾ ਉਧਾਰ ਹੋਣਾ ਸੀ, ਜਿਸ ਕੰਮ 'ਚ ਜਗਤ ਦਾ ਭਲਾ ਹੋਣਾ ਹੈ। ਦੇਖੋ ਮੈਂ ਤੰਦਰੁਸਤ ਹੋਵਾਂਗਾ ਨਾ, ਮੇਰਾ ਪਰਿਵਾਰ ਵੀ ਖੁਸ਼ ਰਹੇਗਾ। ਜੇ ਮੈਂ ਖੁਸ਼ ਰਹਾਂਗਾ ਮੇਰਾ ਆਲਾ ਦੁਆਲਾ ਵੀ ਖੁਸ਼ ਰਹੇਗਾ। ਹੁਣ ਜੇ ਮੈਂ ਹੀ ਪਰੇਸ਼ਾਨ ਹਾਂ ਤੇ ਮੈਂ ਜੱਗ ਦੇ ਭਲੇ ਦੀ ਗੱਲ ਕੀ ਕਰਨੀ ਹੈ? ਗੁਰਮਤ ਨੇ ਗੱਲ ਇੱਥੋਂ ਸ਼ੁਰੂ ਕੀਤੀ ਹੈ ਕਿ ਪਹਿਲਾਂ ਆਪਣੇ ਆਪ ਨੂੰ ਸਵਾਰੋ। ਤੁਸੀਂ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਮੁੱਖ ਵਾਕ ਹੈ, ਕਹਿੰਦੇ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੈਂ ਸਭ ਜਗ ਤੇਰਾ ਹੋਏ। ਉਹ ਭਲਿਆ ਆਪਣੇ ਆਪ ਨੂੰ ਸਵਾਰ, ਆਪਣੇ ਸਰੀਰ ਨੂੰ ਸਵਾਰ, ਆਪਣੀ ਸੋਚ ਨੂੰ ਸਵਾਰ, ਆਪਣੇ ਘਰ ਨੂੰ ਸਵਾਰ, अपनी जिंदगी नूं सवार। तू अपने आप नूं सवार लेगा तो मैं मिल पवांगा। आम सियाणियां दा एक वचन है सफाई ते खुदाई दा संबंध है। जिथे सफाई उत्थे खुदाई। हुण जिथे गंदगी होएगी, भावें घर च गंदगी होए, भावें साडे माइंड च गंदगी होए, भावें साडे अंदर गंदगी होए, जे शरीर भी साफ ना होए, जे शरीर चों भी मल मूत्र समय सिर ठीक निकसत ना होए तो शरीर रोगी हो जाता है। आपां देखदे शरीर रोगी हो जाता है। दिमाग साफ ना होए दिमाग रोगी हो जाता। दिमाग च भी असीं फतूर भरी जाइए, ईरखा भरी जाइए, नफरत भरी जाइए, औगण भरी जाइए, विकार भरी, दिमाग रोगी हो जाएगा। जे असीं तंदुरुस्त नहीं हाँ तो साडा आला दुआला किवें वधिया हो सकदा है? इस करके गुरबाणी कहंदी अपना ध्यान रखो, परमात्मा दे प्यार जोड़ो। गुरु साहब जी दे बचन कहंदे कि मनुख अपना ते इन्ना जिन्ना भी ख्याल नहीं रखदा, रब दा भी थोड़ा बहुता ख्याल नहीं रखदा। सिर्फ ये माया माया करता रहिंदा दिन रात। इहदी जिहड़ी दौड़ भज है ये करदियां करदियां उर्जिओ आन जंजारी, ये ते होर ही जंजालां च फस जांदा है। जिस काम लई आया सी ना वो काम इहनूं चेते ही नहीं रहिंदा। सतगुरु जी ने बचन कहे ने कि इस मनुख की हालत बन गई कि रैण गवाई सोए कै, दिवस गवाया खाए, हीरे जैसा जन्म है कौडी बदले जाए। हीरे वर्गी जिंदगी कौडियां दे भाव चली चली जाती है। सतगुरु जी ने फिर बचन के द्योह चार के दीसे पाहुन। गुरु साहब जी कहते कि द्योह चार के दीसे हैं संगी, ऊहा नाही जै पहारी। बंदिया देख जिन्होंने तू साथी गिनदा है ना कि मेरा परिवार है, मेरे मित्र ने, मेरे साथी ने, ये चार कु दिनां दे साथी ने तेरे, ये तो ज्यादा नहीं है। जिथे एक्चुअली तेनों इन्हां दी लोड़ पैनी है ना उत्थे ते नाकामी नहीं होना। देखो दुनिया च भी संग साथ की लोड़ है, रिश्तेदारों की लोड़ है, कोई शक नहीं है। पर आपां इस दुनिया की खातर अपने जीवन नूं बर्बाद कर लीए, इस दुनिया की खातर असीं इन्ने को नीवें पद्धर ते चले जाइए कि दुनिया खुश होनी चाहिए है जी।
कोई गल नहीं। बहुते काम असी लोक लाज लई करते, लोक लाज लई। मेरे च समर्था नहीं है कि मैं एडा वड्डा कोई कारज कर सकां, पर मैं कहना रिश्तेदार की कहणगे जे 4 पैसे ना खर्चे तां, जे ऐ कुछ ना कीता रिश्तेदार की कहणगे। फिर मैं कर्जा चुक के भी काम करदा। कर्जा चुक लिया, रिश्तेदार ने खादा पीता तो चले गए, पर मेरे दिमाग ते पंड एक बज गई। वो जिहड़ी पंड है ना, वो मैनू रोगी बना देवेगी। वो जिहड़ा अंदर सोच है चिंता, वो मैनू रोगी बना देवेगी। हुण ये चिंता मेरी रिश्तेदारां ने दूर नहीं करनी जिन्हां ने खादा पीता है। जे पहला ही बंदा उस तरीके नाल चले जिहदे नाल असीं जंजाल च ना फसीए। जंजाल च फसदे उदों आ जो असीं दूजिआं नूं खुश करना चाहुंदे आ, दूजिआं लई जिउंदे आ। असीं अपनी जिंदगी दा खुशी दा जिहड़ा बटन है ना, रिमोट, वो दूजिआं दे हत्थ च फड़ाया होया है। वो दबण ते खुश हो जाइए, वो दबण ते असीं दुखी हो जाइए। सतगुरु साहिब जी कहंदे जिन्हां नूं तूं संगी समझदा है, जिन्हां तूं खुश करन दे लई सारी जिंदगी लगा दिंदा है, ये ते 4 कुछ दिनां दे तेरे साथी ने। ये तो बिल्कुल उदां जिवें असीं सफ़र करदे हुंदे आ, राह दे विच कई मुसाफिर मिल जांदे ने, उन्हां नाल प्यार पै जांदा, होना चाहिदा है। लेकिन वो सिर्फ सफ़र च ही ने, उन्होंने तेरे घर तक नहीं जाना। जैसे रहन प्राहुणे उठ चल सह प्रभात, जिवें प्राहुणे आउंदे ने चले जांदे ने, असीं प्राहुणे आ इस जग दे विच। असीं इस जगत सरां च एक रात कट्टण लई आए आ। इत्थे सानू संगी साथी मिले हुए ने। हुण उन्हां दी खातर असीं अपना सफ़र विगाड़ बैठीए, असीं अपने निशाने तो खुंझ जाइए, ये गवारां वाली गल है ना, ये तो कुछ सियाणप नहीं है। इस करके सतगुरु साहिब जी कहंदे बंदिया जिहड़े तैनूं संगी साथी नज़र आउंदे ने, इह 4 कुछ दिनां दे ने तेरे नाल, पर जिथे तैनूं लोड़ है साथी दी, उत्थे ना साथ नहीं तेरा देना। साथी होने चाहिए ने। साथियां दी, सज्जणां दी, मित्रां दी गल गुरबाणी ने कीती है, पर मित्र किहो जिहे होने चाहिए ने। गुरबाणी पढ़िए, बाबा फरीद साहब जी का एक बचन के गली सो सज्जण विही एक टुंडे दीना लह तुखां जो मले ही कारण तिन्ना मां पेरी। गली बातें भी ने साडे सज्जण, भी अर्थ के बहुत सारे बड़े मित्र बन जाणगे। तुहाडे कोल रुतबा है, धन है, तंदुरुस्ती है, कारोबार वड्डा है, खाम खाई मित्र बड़ी जाणगे लोग। पर जिस मित्र दी लोड़ है सन, जिहड़ा मित्र ईत ऊत नहीं विछड़े, जिहड़ा कदी भी साडा साथ ना छड्डे, साडे साथ नाल रहे, वो मित्र सानू नहीं मिलिया। बाबा फरीद साहब जी कहंदे उस मित्र नूं प्राप्त करन लई गोहिਆਂ दी मड़ी वांगू मैं धुख रिहा। गोहिਆਂ दा चूरा नहीं हुंदा, गोहे बालदे सां घरां च आपां, हुण ते चलो गैस आ गई है। गोहिਆਂ दे नाल अग बालणी, चुल्हा तपाउणा, रोटी पानी बनाउणा, लकड़ां दे नाल, गोहिਆਂ दे नाल। वो गोहिਆਂ दी मड़ी जिहड़ी है ना, वो बलदी भी नहीं है ते बुझदी भी नहीं, वो चों धुआं जिहा उठदा रहिंदा है, धुखदी रहिंदी है। कहंदे तुखां जो मड़ी कारण तिन्ना मां पिरी। मैं उस प्यारे मित्र नूं जिहड़ा मेरा अखीर वेले भी नाल मित्र ही रहे, उहनूं प्राप्त करन लई गोहिਆਂ दी मड़ी वांगू धुख रिहा, अंदरों अंदर ही चिंतित हां। गुरु साहिब जी कहंदे बंदिया जिन्हां नूं तूं मित्र जाणिया है ना, जिथे तैनूं लोड़ है उहां नहीं जह भारी। जिथे भारी समा आउणा है, औखा समा आउणा है, जिथे तैनूं लोड़ है, उत्थे इन्हां ने तेरे मित्र नहीं बनना। इते सुख में आन बहुत मिल बैठत, रहत चाहों दिस घेर है, बिपत परी सब ही संग छाड़त, को न आवत नेर है। ये तो सुखां वेले ही ने तेरे नाल। जदों बिपता पैनी है उदों सतगुरु जी कहंदे किसी ने नेड़े नहीं आउणा। फिर जे उदों नेड़े नहीं आउणा ते साडे साथी करदे ने, जिहड़ा औखे वेले काम ना होवे मित्र ही करदा है। तिस्यों राच माच हित लायो, जो काम नहीं गवारी, ओ गवार बंदिया, ओ गवार मना। तू ते उन्हां चीज़ां च रचिया होया है, उन्हां चीज़ां च तू मस्त होया फिरदा है, उन्हां चीज़ां नाल ही तेरा हित बनिया होया है, जो तेरे काम ही नहीं आउणियां। इन्हां चों कोई चीज़ तेरे काम नहीं आउणी। देखो रिश्तेदारियां, साधन, दुनियावी पदार्थ ये जरूरी ने जिंदगी दे विच, इस शरीर दे विच जिउंदे रहण लई ये चीज़ां जरूरी ने, पर ये ते शरीर लई जरूरी ने। साडे शरीर दे अंदर कोई होर भी ते बैठा है, उहदा भी ते कोई संगी साथी होना चाहिए ना। ये धन शरीर तक सीमित है, साडे रिश्तेदार साडे शरीर तक ही सीमित ने।
पर जिहड़ा अंदर साडे बैठा है उस दे जीवन नूं सुखदाई बनाउण दे लई उहदा भी कोई मित्र चाहीदा है। ते उहदा मित्र तां है जिन्हों आपां कहने प्यार, उहदा मित्र ते है संतोख, उहदा मित्र ते है दया, धर्म। ये उहदे मित्र ने, शुभ गुण उहदे मित्र ने। गुरबाणी विच सतगुरु जी ने एक गल की बड़ी प्यारी, दोही दिचै दुर्जना मित्रां को जयकार। वारां ते वधीक वे सतगुरु जी दा बचन है, जित दोही सज्जन मिलना लहु मुंदे विचार। जिंदगी दे अंदर दुर्जना नूं भजाउण दे लई, दुर्जन दा अर्थ है खोटे बंदे, माड़े बंदे। दोही दिचै दुर्जना मित्रां को जयकार। ਉਹ ਬੰਦੇ ਆ ਆਪਣੀ ਜ਼ਿੰਦਗੀ 'ਚ ਓਏ ਬੁਰੇ ਲੋਕਾਂ ਨੂੰ, ਬੁਰੀਆਂ ਆਦਤਾਂ ਨੂੰ, ਬੁਰੇ ਵਿਕਾਰਾਂ ਨੂੰ ਭਜਾਉਣ ਦੇ ਲਈ ਜ਼ਿੰਦਗੀ 'ਚ ਦੋਹੀ ਦਿਆ ਕਰ, ਪ੍ਰਮਾਤਮਾ ਦੀ ਦੁਹਾਈ ਦਿਆ ਕਰ, ਅਰਦਾਸ ਕਰਿਆ ਕਰ ਕੇ ਰਾਖ ਪਿਤਾ ਪ੍ਰਭ ਮੇਰੇ, ਮੋਏ ਨਿਰਗੁਣ ਸਭ ਗੁਣ ਤੇਰੇ, पंच बिखादी राख गरीबा राखो राखन हारे, खेद करें अर बहुत संतावे आयो शरण तुहारे, कर कर हार्यो अनक बहु भांति छोड़ै कतहू नाही, एक बात सुनता की ओटा साध संगत मिट जाही। अरदास कर, दोही दे, दुहाई दे कि परमात्मा मैनू इन्हां बुरियां तो बचा लो, इन्हां नकमियां तो बचा लो मैनू। राख पिता प्रभ मेरे, दोही दिचै दुर्जन। दोही मेना दुहाई, जैदा कर कर रौला पा कि इन्हां दुर्जनां तो मैनू बचा लो। मित्रां को जयकार, ते मित्रां नूं प्राप्त करन लई परमात्मा दी जय जयकार कर। दुष्टां तो बचन लई अरदास कर, मित्रां नूं प्राप्त करन लई परमात्मा दी जय जयकार कर। जित दोही सज्जन मिलन लहु मुंदे विचार। ਉਹ ਭਾਈ ਜਿਨ੍ਹਾਂ ਕੰਮਾਂ ਦੇ ਨਾਲ ਤੈਨੂੰ ਜ਼ਿੰਦਗੀ 'ਚ ਸੱਜਣ ਪੁਰਖ ਮਿਲਣ, ਗੁਣ ਮਿਲਣ, ਉਹ ਕੰਮ ਕਰ ਜ਼ਿੰਦਗੀ ਦੇ ਅੰਦਰ, ਉਹ ਵਿਚਾਰ ਧਾਰਨ ਕਰ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਕਿਤੇ ਨ ਸਿਉ ਰਾਚ ਮਾਚ ਹਿਤ ਲਾਇਓ, ਜੋ ਕਾਮ ਨਹੀਂ ਗਵਾਰੀ। ਉਹ ਗਵਾਰ ਮਨ, ਜਿਨ੍ਹਾਂ ਚੀਜ਼ਾਂ ਨੇ ਤੇਰੇ ਕੰਮ ਹੀ ਨਹੀਂ ਆਉਣਾ, ਤੂੰ ਤੇ ਉਹਨਾਂ ਨਾਲ ਹੀ ਜੁੜਿਆ ਪਿਆ। ਸਤਿਗੁਰੂ ਜੀ ਦਾ ਇੱਕ ਅੰਮ੍ਰਿਤ ਬਚਨ ਕਿ ਬਲੂਆ ਕੇ ਗ੍ਰੇ ਪੀਤਰ ਬਸੇ, ਆਨੰਦ ਕੇਲ ਮਾਇਆ ਰੰਗ ਰਸੈ। ਜਿਹੜੇ ਕਰਮਾਂ ਨੇ ਮਨਹਿ ਪ੍ਰਤੀਤ, ਕਾਲ ਨ ਆਵੇ ਮੂੜੇ ਚੀਤ। ਉਹ ਬੰਦਿਆ ਤੂੰ ਇਹਨਾਂ 'ਚ ਪਿਆਰ 'ਚ ਭਰਿਆ ਹੋਇਆ, ਇਹਨਾਂ ਨੇ ਤੇ ਤੇਰੇ ਨਾਲ ਨਹੀਂ ਜਾਣਾ। ਤੈਨੂੰ ਆਖਰੀ ਸਮਾਂ ਚੇਤੇ ਨਹੀਂ ਕਿ ਉਦੋਂ ਵੀ ਮੈਨੂੰ ਕੋਈ ਸੰਗ ਸਾਥ ਚਾਹੀਦਾ। ਤੂੰ ਉਧਰ ਥੋੜਾ ਜਿੰਨਾ ਵੀ ਧਿਆਨ ਨਹੀਂ ਦੇ ਰਿਹਾ, ਥੋੜਾ ਜਿੰਨਾ ਵੀ ਸੁਚੇਤ ਨਹੀਂ ਤੂੰ ਆਪਣੀ ਜ਼ਿੰਦਗੀ ਲਈ। ਇਹਨਾਂ ਮਨੁੱਖ ਆਪਣੀ ਜ਼ਿੰਦਗੀ ਵੱਲੋਂ ਬੇਖਬਰ ਹੋ ਗਿਆ, ਕਿਉਂਕਿ ਰੱਬ ਨੇ ਤੇ ਇਹ ਮੌਕਾ ਦਿੱਤਾ ਸੀ ਆਉਣ ਵਾਲੇ ਸਮੇਂ ਦੀ ਤਿਆਰੀ ਦੇ ਲਈ। ਆਉਣ ਵਾਲੇ ਸਮੇਂ ਦੀ ਤਿਆਰੀ ਕਰ ਲਈਏ ਕਿ ਕੱਲ ਨੂੰ ਜਦੋਂ ਸਾਡੀ ਜ਼ਿੰਦਗੀ 'ਚ ਔਖਾ ਸਮਾਂ ਆਉਣਾ, ਜਿਹਨੂੰ ਅਸੀਂ ਔਖਾ ਗਿਣਦੇ ਹਾਂ, ਇਮਤਿਹਾਨ ਆਉਣੇ ਨੇ, ਉਹਨੂੰ ਅਸੀਂ ਪਾਸ ਕਰ ਸਕੀਏ। ਪਰ ਮਨੁੱਖ ਨੇ ਇੱਧਰ ਬਿਲਕੁਲ ਧਿਆਨ ਨਹੀਂ ਦਿੱਤਾ। ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ ਕਿ ਬੰਦਾ ਸਾਰੀ ਰਾਤ ਸੁੱਤਾ ਰਹੇ, ਜਦੋਂ ਸਾਥੀ ਜਿਹੜੇ ਨੇ ਉਹ ਤੁਰੇ ਜਾਣ, ਆਪ ਸੁੱਤਾ ਰਹੇ। ਜਦੋਂ ਐਨ ਸੂਰਜ ਚੜ੍ਹ ਜਾਏ ਨਾ, ਫਿਰ ਕਹੇ ਜੀ ਜਲਦੀ ਨਾਲ ਮੇਰਾ ਸਮਾਨ ਉਠਾਓ ਤੇ ਮੈਂ ਭੱਜ ਕੇ ਉਹਨਾਂ ਨੂੰ ਮਿਲ ਲਵਾਂ, ਜਲਦੀ ਨਾਲ ਉਠਾਓ। ਹੁਣ ਜਿਹੜੇ ਸਾਰੀ ਰਾਤ ਚੱਲਦੇ ਰਹੇ, ਹੁਣ ਮੈਂ ਦਿਨ ਚੜੇ ਭੱਜ ਕੇ ਉਹਨਾਂ ਨੂੰ ਕਿਵੇਂ ਮਿਲ ਲਵਾਂਗਾ? ਇਹ ਤੇ ਗੱਲ ਨਹੀਂ ਬਣਨੀ। ਇਹ ਤੇ ਸਾਰੀ ਰਾਤ ਉਹਨਾਂ ਦੇ ਨਾਲ ਤੁਰਨਾ ਪੈਣਾ ਸੀ। ਮਨੁੱਖ ਦੀ ਹਾਲਤ ਇਹ ਹੈ, ਮਨੁੱਖ ਸਾਰੀ ਰਾਤ ਸੁੱਤਾ ਰਹਿੰਦਾ, ਸਾਰੀ ਰਾਤ ਇਹਦੇ ਕੋਲ ਟਾਈਮ ਨਹੀਂ, ਜ਼ਿੰਦਗੀ ਪਰ ਟਾਈਮ ਨਹੀਂ। ਤੇ ਜਦੋਂ ਆਖਰੀ ਵੇਲਾ ਹੁੰਦਾ ਨਾ, ਉਦੋਂ ਕਹਿੰਦੇ ਨੇੜੇ ਜੇ ਹੋ ਕੇ ਸੁਖਮਨੀ ਸਾਹਿਬ ਕਰੋ, ਕੋ ਭਲਾ ਹੋ ਜੇ ਇਹਦਾ। ਉਦੋਂ ਅਸੀਂ ਕਹਿੰਦੇ ਕਿ ਹੁਣ ਇੱਕਦਮ ਹੀ ਭੱਜ ਕੇ ਮਿਲਦਾ। ਉਦੋਂ ਕਰਨਾ ਚੰਗੀ ਗੱਲ ਹੈ, ਪਰ ਮਾਫ ਕਰਨਾ ਉਦੋਂ ਆਪਾਂ ਉਹਨਾਂ ਨਾਲ ਨਹੀਂ ਮਿਲ ਸਕਦੇ ਜਿਹੜੇ ਸਾਰੀ ਰਾਤ ਚੱਲਦੇ ਰਹੇ ਨੇ। ਘਰ ਨੂੰ ਲੱਗ ਜਾਏ ਅੱਗ, ਹੁਣ ਬੰਦਾ ਕਹੇ ਜੀ ਹੁਣੇ ਖੂਹ ਪੁੱਟੋ ਤੇ ਜਲਦੀ ਨਾਲ ਪਾਣੀ ਕੱਢ ਕੇ ਅੱਗ ਬੁਝਾ ਲਈਏ। जैसे घर लागे आग, जाग कुओ खोदियो चाहे, जाग के जी खूह पुटो, जल्दी नाल पानी कढिए, ये ते आस नहीं पूरी होनी। हुण ना एडी जल्दी खूह पुटिया जाना है, ते ना एडी जल्दी पानी का प्रबंध होना है। अग बुझनी, अग ने ते साड़ देना है। हुण घर नूं लगे, हुण चोर सारी रात बंदा सुता रहे ते चोर ते घर लुट के लै गए। ਤੇ ਹੁਣ ਤੁਸੀਂ ਦਿਨ ਚੜੇ ਕਹੋ ਜੀ ਭੱਜੋ ਚੋਰਾਂ ਨੂੰ ਫੜ ਲਈਓ, ਤਾਂ ਨਹੀਂ ਫੜੇ ਜਾਣੇ। ਹੁਣ ਮਨੁੱਖ ਦੀ ਹਾਲਤ ਕੁਝ ਇਹੀ ਜੀ ਹੈ।
ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ ਜਦੋਂ ਸੀ ਖੱਟੀ ਖੱਟਣ ਦਾ ਵੇਲਾ ਉਦੋਂ ਸੁੱਤਾ ਰਿਹਾ, ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ। ਜਦੋਂ ਕਮਾਈ ਕਰਨ ਦਾ ਵੇਲਾ ਸੀ ਉਦੋਂ ਤੂੰ ਐਨ ਦੁਨੀਆ 'ਚ ਮਸਤ ਰਿਹਾ, ਉਦੋਂ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈ, ਮੇਰੇ ਕੋਲ ਵੇਲਾ ਨਹੀਂ ਹੈ। ਤਿੰਨ ਸਿਉ ਰਾਚ ਮਾਚ ਹਿਤ ਲਾਇਓ, ਜੋ ਕਾਮ ਨਹੀਂ ਗਵਾਰੀ ਉਹ ਗਵਾਰ ਮਨ ਮੂਰਖ ਮਨ। ਜਿਹੜੀਆਂ ਚੀਜ਼ਾਂ ਨੇ ਤੇਰੇ ਕੰਮ ਨਹੀਂ ਆਉਣਾ, ਤੂੰ ਸਾਰੀ ਜ਼ਿੰਦਗੀ ਉਹਨਾਂ 'ਚ ਰਚਿਆ ਰਿਹਾ, ਉਹਨਾਂ 'ਚ ਤੂੰ ਮਸਤ ਰਿਹਾ। ਇਹ ਗੱਲ ਇਹ ਚੇਤੇ ਰੱਖ ਕਿ ਉਸ ਪ੍ਰਮਾਤਮਾ ਵਾਲੇ ਬੰਨੇ ਨਹੀਂ ਜੁੜੇਗਾ, ਤੂੰ ਜੰਜਾਲ 'ਚ ਹੀ ਪਿਆ ਰਹੇਗਾ। ਜਦੋਂ ਸਤਿਗੁਰੂ ਜੀ ਨੇ ਇਹਨੂੰ ਹਲੂਣਾ ਦਿੱਤਾ ਨਾ, ਇਹਨੂੰ ਸਮਝ ਆਇਆ ਕਿ ਸੁਚੇਤ ਹੋ, ਦੇਖ ਤੇਰੀ ਜ਼ਿੰਦਗੀ ਲੰਘ ਰਹੀ ਹੈ। ਫਿਰ ਇਹਨੇ ਦੇਖਿਆ ਮੈਂ ਤੇ ਬੜਾ ਬੇਵੱਸ ਜਿਹਾ, ਹੁਣ ਫਸ ਗਿਆ, ਆਪ ਨਹੀਂ ਨਿਕਲ ਸਕਦਾ। ਇਹ ਮਾਇਆ ਦੀ ਜੋ ਦਲਦਲ ਹੈ, ਜਿਲਣ ਹੈ, ਜੰਜਾਲ ਹੈ, ਇਹਦੇ ਚੋਂ ਆਪ ਨਹੀਂ ਕੋ ਬਚ ਸਕਦਾ। ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰੋਵਨ। ਆਪਣੀ ਯਤਨ ਨਾਲ ਅਸੀਂ ਹੁਣ ਰੱਬ ਨੂੰ ਨਹੀਂ ਮਿਲ ਸਕਦੇ। ਹੁਣ ਜਿਵੇਂ ਕੋਈ ਬੰਦਾ ਦਲਦਲ 'ਚ ਫਸ ਜਾਏ ਨਾ, ਦਲਦਲ ਵਿੱਚ ਮਿੱਟੀ ਦਾ ਸੁਭਾਅ ਹੁੰਦਾ, ਦਲਦਲੀ ਦਰਿਆਵਾਂ ਦੇ ਕੰਢਾਂ 'ਚ ਸ਼ੰਭ ਏਰੀਏ 'ਚ ਕਦੀ ਜਾਓ, ਉੱਥੇ ਦਲਦਲੀ ਜ਼ਮੀਨ ਹੁੰਦੀ ਹੈ, ਉਹਦੇ ਉੱਤੋਂ ਦੀ ਲੰਘੋ ਨਾ, ਇੱਥੇ ਤੁਸੀਂ ਪੈਰ ਰੱਖੋ ਕਿੰਨੀ ਦੂਰ ਤੱਕ ਜ਼ਮੀਨ ਹਿੱਲੇਗੀ। ਦਲਦਲੀ ਮਿੱਟੀ ਹੁੰਦੀ ਹੈ, ਉਹਦੇ ਤੁਸੀਂ ਖਲੋਗੇ ਤੇ ਹੇਠਾਂ ਤੁਸੀਂ ਧੱਸਦੇ ਚਲੇ ਜਾਓਗੇ, ਖੁੱਭਦੇ ਚਲੇ ਜਾਓਗੇ। ਤੇ ਜੇ ਤੁਸੀਂ ਉੱਥੇ ਖੜੇ ਰਹੇ ਨਾ, ਤੁਸੀਂ ਖੁੱਭ ਜਾਓਗੇ, ਬਚ ਨਹੀਂ ਸਕਦੇ। ਇਸ ਕਰਕੇ ਕਈ ਵਾਰੀ ਬੰਦਾ ਫਸ ਜਾਂਦਾ ਇਹੋ ਜਿਹੇ ਮੌਕੇ ਤੇ। ਉੱਥੋਂ ਨਿਕਲਣ ਦਾ ਸਾਧਨ ਸਿਆਣਿਆਂ ਇੱਕੋ ਦੱਸਿਆ ਕਿ ਆਪ ਯਤਨ ਨਾ ਕਰੋ, ਰੌਲਾ ਪਾਓ, ਕੋਈ ਤੁਹਾਨੂੰ ਕੱਢ ਲੇ। ਬੰਦਾ ਹੁਣ ਫਸ ਗਿਆ ਇਸ ਦਲਦਲ ਦੇ ਵਿੱਚ, ਮਾਇਆ ਦੀ ਜਿਲਣ ਦੇ ਵਿੱਚ, ਇਥੋਂ ਆਪ ਨਹੀਂ ਨਿਕਲ ਸਕਦਾ। ਹੁਣ ਨਿਕਲਣ ਦਾ ਤਰੀਕਾ ਇਹ ਹੈ, ਬੰਦਾ ਕੀ ਕਹਿੰਦਾ, ਹੋ ਨਾ ਹੀ ਕਿਛ ਮੇਰਾ ਨਾ ਹਮਰੋ ਬਸ ਚਾਰੀ। ਇਹ ਪ੍ਰਮਾਤਮਾ ਜੀ ਜਿੱਥੇ ਮੈਂ ਫਸ ਗਿਆ ਨਾ, ਜਿਸ ਜੰਜਾਲ ਦੇ ਵਿੱਚ, ਹੁਣ ਇੱਥੇ ਮੇਰੀ ਕੋਈ ਸਮਰੱਥਾ ਨਹੀਂ ਹੈ, ਹੋ ਨਾ ਹੀ ਮੇਰੀ ਕੋਈ ਤਾਕਤ ਨਹੀਂ ਹੈ, ਮੈਂ ਕੁਝ ਨਹੀਂ ਕਰ ਸਕਦਾ ਇੱਥੇ। ਨਾ ਕਿਛ ਮੇਰਾ, ਤੇ ਨਾ ਹੀ ਇਹਨਾਂ ਚੀਜ਼ਾਂ 'ਚ ਕੋਈ ਮੇਰੀ ਚੀਜ਼ ਹੈਗੀ ਹੈ। ਹੁਣ ਮੈਂ ਦੇਖ ਲਿਆ ਕਿ ਕੋਈ ਰਿਸ਼ਤੇਦਾਰ ਮੇਰਾ ਨਹੀਂ ਹੈ, ਸਭ ਸਵਾਰਥੀ ਨੇ, ਸਭ ਆਪਣੇ ਸੁੱਖਾਂ ਦੀ ਖਾਤਰ ਮੇਰੇ ਨਾਲ ਜੁੜੇ ਨੇ, ਕੋਈ ਮੇਰਾ ਨਹੀਂ ਹੈ। ਹੁਣ ਮੈਂ ਦੇਖ ਲਿਆ ਕੋਈ ਪਦਾਰਥ ਵੀ ਮੇਰਾ ਨਹੀਂ ਹੈ, ਇਹ ਤਾਂ ਸਭ ਨਾਸਵੰਤ ਨੇ। ਮਹਾਰਾਜ ਜੀ ਮੈਂ ਦੇਖ ਲਿਆ ਕਿ ਮੇਰੇ 'ਚ ਹੁਣ ਕੋਈ ਸਮਰੱਥਾ ਨਹੀਂ ਹੈ, ਕੋਈ ਮੇਰਾ ਸੰਗੀ ਸਾਥੀ ਨਹੀਂ ਹੈ ਜਿਹੜਾ ਮੈਨੂੰ ਇਹਨਾਂ ਜੰਜਾਲਾਂ ਤੋਂ ਬਚਾ ਸਕੇ। ਨਾ ਹਮਰੋ ਬਸ ਚਾਰੀ, ਤੇ ਹੁਣ ਕੋਈ ਮੇਰਾ ਚਾਰਾ ਵੀ ਨਹੀਂ ਚੱਲਦਾ, ਹੁਣ ਕੋਈ ਮੇਰਾ ਵਸ ਵੀ ਨਹੀਂ ਚੱਲਦਾ। ਹੁਣ ਜਦੋਂ ਬੰਦਾ ਸਿਲੰਡਰ ਕਰ ਦੇਵੇ ਨਾ, ਸਿਲੰਡਰ ਜਿੱਥੇ ਕਹਿ ਦੇਵੇ ਕਿ ਪ੍ਰਮਾਤਮਾ ਹੁਣ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਹੁਣ ਤੁਹਾਡੀ ਸ਼ਰਨ ਲੈ ਲਈ ਹੈ, ਤੁਹਾਡੀ ਆਸ ਹੈ, ਤੁਸੀਂ ਮੇਰੇ ਮਿੱਤਰ ਹੋ, ਤੁਸੀਂ ਮੇਰੇ ਸਾਥੀ ਹੋ। ਹੁਣ ਰਾਖੋ ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੀ। ਹੇ ਦਿਆਲੂ ਵਾਹਿਗੁਰੂ ਜੀ, ਤੁਸੀਂ ਆਪ ਹੀ ਕਿਰਪਾ ਕਰਕੇ ਮੈਨੂੰ ਰੱਖ ਲਓ, ਬਚਾ ਲਓ। ਮੇਰਾ ਕੋਈ ਵਸ ਨਹੀਂ ਚੱਲਦਾ, ਮੇਰੀ ਕੋਈ ਸਮਰੱਥਾ ਨਹੀਂ ਹੈ, ਮੇਰਾ ਕੋਈ ਜ਼ੋਰ ਨਹੀਂ ਹੈ, ਮੇਰਾ ਕੋਈ ਮਿੱਤਰ ਨਹੀਂ ਹੈ, ਮੇਰਾ ਕੋਈ ਸੰਗੀ ਸਾਥੀ ਨਹੀਂ ਹੈ। ਤੇ ਸਤਿਗੁਰੂ ਜੀ ਕਹਿੰਦੇ ਹੁਣ ਇੱਕੋ ਇੱਕ ਥਾਂ ਹੈ ਜਿੱਥੇ ਬਚਿਆ ਜਾ ਸਕਦਾ। ਉਹ ਕਿਹੜਾ ਕਿ ਕਰਨ ਕਰਾਵਨ ਨਾਨਕ ਕੇ ਪ੍ਰਭ। ਹੇ ਨਾਨਕ ਦੇ ਪ੍ਰਭੂ, ਕਰਨ ਕਰਾਉਣ ਦਾ ਕਿ ਸਭ ਕੁਝ ਕਰਨ ਵਾਲੇ ਤੇ ਸਭ ਕੁਝ ਕਰਾਉਣ ਵਾਲੇ। ਜੀਵਾਂ ਨੂੰ ਪ੍ਰਮਾਤਮਾ ਨੇ ਕੀਤਾ, ਜੀਵਾਂ ਨੂੰ ਜਗਤ ਨੂੰ ਪ੍ਰਮਾਤਮਾ ਨੇ ਬਣਾਇਆ, ਤੇ ਜੀਵਾਂ ਪਾਸੋਂ ਕੰਮ ਵੀ ਪ੍ਰਮਾਤਮਾ ਹੀ ਕਰਾਉਂਦਾ। ਇਹ ਕਰਨ ਕਰਾਵਨ ਹਾਰ ਸੁਆਮੀ ਜੀਓ, ਮੇਰੇ ਵਾਹਿਗੁਰੂ ਜੀਓ, ਆਪ ਜੀ ਦੇ ਚਰਨਾਂ 'ਚ ਮੇਰੀ ਅਰਦਾਸ ਹੈ ਕਿ ਮੇਰੀ ਕੋਈ ਸਮਰੱਥਾ ਨਹੀਂ ਹੈ, ਮੇਰਾ ਕੋਈ ਸੰਗੀ ਸਾਥੀ ਨਹੀਂ ਹੈ, ਮੇਰਾ ਕੋਈ ਚਾਰਾ ਨਹੀਂ ਚੱਲਦਾ, ਮੇਰਾ ਕੋਈ ਵਸ ਨਹੀਂ ਚੱਲਦਾ। ਹੁਣ ਤੇ ਇੱਕੋ ਇੱਕ ਅਰਦਾਸ ਹੈ ਕਿ ਸੰਤਨ ਸੰਗ ਉਧਾਰੀ, ਮੈਨੂੰ ਨਾ ਸਤ ਸੰਗਤ ਵਿੱਚ ਲਿਆ ਕੇ ਮੇਰਾ ਉਧਾਰ ਕਰ ਦਿਓ। ਉਧਾਰ ਦਾ ਅਰਥ ਹੁੰਦਾ ਹੈ ਮੁਕਤ ਹੋ ਜਾਣਾ, ਉਧਾਰ ਦਾ ਅਰਥ ਹੁੰਦਾ ਹੈ ਸੁਤੰਤਰ ਹੋ ਜਾਣਾ, ਉਧਾਰ ਦਾ ਅਰਥ ਹੁੰਦਾ ਹੈ ਉੱਚੇ ਉੱਠਣਾ, ਤਰੱਕੀ ਕਰ ਲੈਣੀ, ਪਾਰ ਉਤਰ ਜਾਣਾ। ਸੰਤੈ ਸੰਗ ਉਧਾਰੀ, ਮੈਂ ਜੰਜਾਲਾਂ 'ਚ ਫਸ ਗਿਆ। ਉਹ ਜੰਜਾਲਾਂ ਦਾ ਜ਼ਿਕਰ ਸਤਿਗੁਰੂ ਜੀ ਨੇ ਆਰੰਭ ਵਿੱਚ ਕੀਤਾ ਹੈ ਕਿ ਇਹ ਮਨੁੱਖ ਜਿਹੜਾ ਹੈ ਨਾ, ਅਨਕ ਕਾਜ ਅਨਕ ਧਾਵਰਤਾ ਉਰਜਵਾਨ ਜੰਜ਼ਾਰੀ, ਅਨੇਕਾਂ ਕੰਮ ਕਰਦਾ ਹੈ ਜ਼ਿੰਦਗੀ 'ਚ, ਅਨੇਕਾਂ ਤਰ੍ਹਾਂ ਦੀ ਦੌੜ ਭੱਜ ਕਰਦਾ ਹੈ। ਇਹ ਹੋਰ ਜੰਜਾਲ 'ਚ ਹੀ ਫਸ ਗਿਆ, ਇਹਦੇ ਕੋਲ ਟਾਈਮ ਹੀ ਨਹੀਂ ਰੱਬ ਵਾਲੇ ਬੰਨੇ ਲੱਗਣ ਦਾ। ਹੁਣ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਅਖੀਰ ਤੇ
कि महाराज जिथे ये फस गया इत्थे दा कोई वस नहीं हुण चलदा, ये डूंगा खुभ गया फस गया है। तो यह परमात्मा जी हुण तुसीं आप कृपा करके मैनूं सत संगत विच लिया के मेरा उधार कर दिओ। उधार दा अर्थ हुंदा है उच्चे उठना, मुक्त होना, सुतंत्र होना, तरक्की करनी। हर बंदा जिंदगी च उधार करना चाहुंदा है अपना। कोई नहीं चाहुंदा कि मैं दुखी होवां। हर बंदा चाहुंदा कि मैं उच्चा उठां, अगे वधां, तरक्की करां, महान बना। और ये होना चाहिए कि हर बंदा महान बने, हर बंदा तरक्की करे। सानू ते साडे सतगुरु जी ने क्या किरत करया करो भाई। साडे सतगुरु जी ने किते नहीं क्या तुसी गरीब होवो, तुसी एवें बहुते नमाणे जे हो, दलिद्री जे हो, किते नहीं किया। सानू एक बड़ा राजियां वाला जीवन बतीत करन दी प्रेरणा साडे सतगुरु जी ने कीती है कि उद्यम करो तुसी। हर बंदा जिंदगी च उच्चा उठना चाहुंदा है। उच्चा उठना मनुख दा अधिकार है। उच्चे उठ लई यतन करना मनुख दा फर्ज है। पर उच्चे किवें उठना है ये ज्ञान भी होना चाहिए। पैसे नाल नहीं कोई उच्चा उठ सकता, रुतबे नाल कोई उच्चा नहीं उठ सकता। रुतबे मुबारक ने, ये रुतबे बहुत मददगार बनते हैं जे सानू जीवन जाच आ जाए। जे मनुख नूं जीवन की जाच ना कला ना होवे। देखो कहते ने जिस बंदे नूं जुगत ना होवे, तरीका ना होवे, वो तोप दे गोले नूं भी पटाखे का गोला बना दिंदा है। उन्हें चलाउणा ही नहीं आउंदा बेचारे नूं। वो वड्डे सारे बड़े कीमती इराकी घोड़े नूं भी टट्टू बना के रख दिंदा है। जिस बंदे नूं जाच ना होए उन्होंने तुसीं कीमती कार दिओ तो एवें करे टक्कर मार के बर्बादी कर देवेगा। जाच ना होए। हुण ये जुगत भी तो होनी चाहिए कि मैं अगे किवें वधना है। अगे वधना अधिकार है, अगे वधना हर कोई चाहुंदा है। उच्चा बंदा उठना चाहुंदा है, तरक्की महान बंदा बनना चाहुंदा है, बनना चाहिए हर बंदा उच्चा। परमात्मा चाहुंदा हर बंदा महान बने, उच्चा उठे। साडे सतगुरु जी ने कि हर हर नित जपियो जियो लाहा खटियो दिहाड़ी। रोज लाहा खटिया करो, रोज लाहा खटोगे उच्चे उठांगे आपां। देखो असीं दुनियावी तौर पर थोड़ी थोड़ी बचत करते करते सहजे सहजे कामयाब हो जाते ना जिंदगी च। कौडी कौडी जोड़ के जोरे लाख करोड़। इवें असीं जिंदगी च उच्चे उठण दे लई रोज थोड़ा थोड़ा यतन करिया करिए। वो यतन की है? थोड़ा सतसंगत नाल प्यार पाइए, गुरबाणी नाल प्यार पाइए। थोड़ा असीं रोज सवेरे उठ के सोचिए कि अज कोई आपां ने चंगा काम करना है जिहदे नाल सानू खुशी मिले, जिहदे नाल किसी का मन खुश होवे, किसी की मदद करनी है, किसी नूं आपां भुले भटके नूं राह पाउणा है, किसी दे नाल चंगी विचार करनी है, किसी दुखी दे कोल बैठना है, किसी बजुर्ग दे कोल बैठना। लोड़ है बजुर्गां नूं साडी। असीं किसी बजुर्ग कोल बैठ के उहदी गलबात सुननी है, किसी दुखी कोल बैठ के उहदी गल सुननी है। बहुत सारे इहो जिहे साडे आले दुआले पुरख ने, इस्त्रियां ने, बजुर्ग ने जिन्हां कोल सब कुछ हैगा पर उन्हां कोल बैठण वाला ही कोई नहीं है। सानूं थोड़ा जिहा टाइम समाज नूं देना चाहिए। देखो असीं कहने कि असीं बड़े धार्मिक हां, पर माफ करना साडे मुल्क दे अंदर धर्म दा सिर्फ रौला ही है, अडंबर ही है। धर्म पंख कर उड़ रहा। इथों धर्म जिहड़ा ना खंभ ला के उड़ गया है। ये तो गल बाबा जी ने बहुत चिर पहला कह दी। धर्म पंख कर उड़ रहा, धर्म उड़ चुका है। दूजे जिन्हां कंट्रियां नूं असीं वैसटर्न कंट्री कहने आ, उन्हां दी कई खूबियां ने, खुशहाल ते तां ही ने। एक दिन मैं एक विचार पढ़ रहा सा, कोई बंदा हालैंड विच शायद गया, वो किसी घर च ठहरिया ते उत्थे एक बीबी सी इकल्ली रहिंदी घर च। ते वो कहंदी कि मैं जाना टाइम बैंक च टाइम जमा कराउण दे लई। टाइम बैंक च जिवें बैंक च नहीं असीं जांदे पैसे जमा कराउण लई कि औखे वेले काम आउणगे, जदों मर्जी खर्च लांगे। टाइम बैंक च वो कहंदे टाइम बैंक की है? कहंदा जी असीं रल के ना सोसाइटी बनाई हुई एक, ते सोसाइटी जिहड़ी है की करदी है कि असीं सोसाइटी लई कोई टाइम कढना हुंदा है, कम्यूनिटी लई। तुसीं देखो बाहर जाओगे कदी तुहाडे रिश्तेदार रहिंदे ने। मैं कल अपने एक मित्र की पोस्ट देख रहा सा, वो कम्यूनिटी के पार्क च कागज चुग रहा है। कहंदे जी हफ्ते च 3 दिन असीं पार्क च आउंदे आ, वैसे तो सैर करन रोज़ आउंदे आ, हफ्ते 3 दिन असीं रखे सारे रल के पार्क की सफाई करनी है। हुण जे 3 दिन सफाई करांगे कितना सोहना पार्क हो जाएगा। कदी बूटे लाउण दा टाइम रख लिया असीं ते कहने कौंसल नूं फोन करो, जमादार नहीं आउंदा इत्थे, सफाई कोई नहीं, कोई गंद बड़ा पिया, असीं नहीं वोटां देणीआं अगे तो।
ਅਸੀਂ ਵੋਟਾਂ ਦੇ ਨਾਲ ਚਲਾਉਂਦੇ ਆਪਣੇ ਕੰਮ ਨੂੰ। ਇਹ ਸਾਡੀ ਸੋਚ ਬੜੀ ਗਲਤ ਹੈ। ਇਹ ਮੁਲਕ ਸਾਡਾ ਹੈ, ਸਮਾਜ ਸਾਡਾ ਹੈ, ਸ਼ਹਿਰ ਸਾਡਾ ਹੈ, ਇਹ ਪਾਰਕ ਸਾਡਾ, ਇਹਨੂੰ ਅਸੀਂ ਆਪ ਕਿਉਂ ਨਾ ਸਾਫ਼ ਕਰੀਏ ਭਾਈ। ਸਾਰੇ ਜਣੇ ਰਲ ਕੇ ਜੇ ਸੈਰ ਕਰਦੇ ਆ, ਦੋ ਦੋ ਕਾਗਜ਼ ਚੁੱਕੇ ਤੇ ਸਾਡਾ ਪਾਰਕ ਸਾਫ਼ ਹੋ ਜਾਏਗਾ। ਲੇਕਿਨ ਅਸੀਂ ਆਪ ਕੁਝ ਨਹੀਂ ਕਰਨਾ ਚਾਹੁੰਦੇ, ਅਸੀਂ ਕਹਿੰਦੇ ਦੂਜੇ ਕਰਨ। ਮੈਂ ਉਹਨਾਂ ਮੁਲਕਾਂ ਦੀ ਗੱਲ ਕਰ ਰਿਹਾ ਸਾਂ, ਉਹ ਕਹਿੰਦੇ ਮੈਂ ਟਾਈਮ ਬੈਂਕ ਜਾਣਾ ਹੈ ਟਾਈਮ ਜਮ੍ਹਾਂ ਕਰਾਉਣ ਦੇ ਲਈ। ਉਹ ਕਹਿੰਦੇ ਕਿਵੇਂ? ਕਹਿੰਦੇ ਜੀ ਅਸੀਂ ਰੋਜ਼ ਥੋੜਾ ਟਾਈਮ ਕੱਢਦੇ ਸਮਾਜ ਲਈ, ਕਿਤੇ ਬਜ਼ੁਰਗ ਦੀ ਸੇਵਾ ਕਰਤੀ, ਕਿਤੇ ਪਾਰਕ ਜਾ ਕੇ ਕੰਮ ਕਰਤਾ, ਕਿਤੇ ਕਿਸੇ ਚਰਚ ਜਾ ਕੇ ਕੋਈ ਸੇਵਾ ਕਰ ਦਿੱਤੀ, ਕਿਸੇ ਧਰਮ ਸੈਂਟਰ ਜਾ ਕੇ ਸੇਵਾ ਕਰਤੀ, ਤੇ ਉਹ ਜਿੰਨਾ ਟਾਈਮ ਅਸੀਂ ਲਾਉਂਦੇ ਆ ਨਾ ਉਹ ਫਿਰ ਸਾਡਾ ਜਮ੍ਹਾਂ ਹੁੰਦਾ। ਇਹ ਗੱਲ ਤੇ ਮੈਂ ਦੇਖੀ ਹੈ। ਬਾਹਰ ਬੱਚੇ ਜਦੋਂ ਛੁੱਟੀਆਂ ਨਹੀਂ ਹੁੰਦੀਆਂ ਗਰਮੀਆਂ ਦੇ ਦਿਨਾਂ 'ਚ, ਹੁਣ ਤੇ ਚਲੋ ਸਕੂਲ ਬੰਦ ਨੇ 1.5 ਸਾਲ ਤੋਂ, ਛੁੱਟੀਆਂ ਦੇ ਦਿਨਾਂ 'ਚ ਬੱਚੇ ਫਿਰ ਗੁਰਦੁਆਰੇ ਆਉਂਦੇ ਸਨ। ਗੁਰਦੁਆਰੇ ਉਹਨਾਂ ਕਦੀ ਭਾਂਡੇ ਮਾਂਜਣੇ, ਸੇਵਾ ਕਰਨੀ, ਕੁਝ ਹੋਰ ਕੰਮ ਕਰਨਾ। ਜਦੋਂ ਆਉਣਾ ਉਹਨਾਂ ਟਾਈਮ ਲਿਖਾ ਦੇਣਾ ਕਾਊਂਟਰ ਤੇ, ਵੀ ਅਸੀਂ ਇੰਨੇ ਵਜੇ ਆਏ ਆ, ਘੰਟਾ ਡੇਢ ਘੰਟਾ ਰਹੇ ਜਾਣ ਲੱਗੇ, ਕਹਿੰਦੇ ਅਸੀਂ ਜਾ ਰਹੇ। 1 ਮਹੀਨਾ ਫਿਰ ਉਹਦੇ ਬਾਅਦ ਉਹਨਾਂ ਨੂੰ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਸੀ। ਉਹ ਸਰਟੀਫਿਕੇਟ ਉਹਨਾਂ ਦਾ ਸਕੂਲ ਜਾਂਦਾ ਸੀ, ਸਕੂਲ ਵਾਲੇ ਉਹਨਾਂ ਨੂੰ ਪੁਆਇੰਟ ਦਿੰਦੇ ਸੀ, ਉਹਨਾਂ ਨੂੰ ਨੰਬਰ ਲੱਗਦੇ ਸੀ, ਬੰਦਾ ਕਮਿਊਨਿਟੀ ਦੀ ਬੜੀ ਸੇਵਾ ਕਰਦਾ। ਉਹਨਾਂ ਨੂੰ ਫਿਰ ਉਹਦੇ ਕੁਝ ਪੁਆਇੰਟ ਮਿਲਦੇ ਨੇ, ਉਹਨਾਂ ਨੂੰ ਫਿਰ ਅੱਗੇ ਚੱਲ ਕੇ ਕਮਿਊਨਿਟੀ 'ਚ ਚੰਗੇ ਰੁਤਬੇ ਮਿਲਦੇ ਨੇ। ਸਾਡੇ ਮੁਲਕ ਦੇ ਵਿੱਚ ਤੇ ਡਾਂਗ ਨਾਲ ਅਸੀਂ ਸੁਧਾਰਨਾ ਚਾਹੁੰਦੇ ਕਿ ਡਾਂਗ ਨਾਲ ਘੁੱਟ ਦਿਓ ਇਹਨਾਂ ਨੂੰ, ਇਹ ਬੜੇ ਸੁਧਰ ਜਾਣਗੇ ਸਾਡੇ, ਕਿਉਂਕਿ ਡਾਂਗ ਵਾਲਾ ਹੀ ਸਿਸਟਮ ਹੈ, ਚੋਰੀ ਵਾਲਾ ਸਿਸਟਮ ਹੈ। ਇਹ ਸਿਸਟਮ ਬਹੁਤ ਗਲਤ ਹੈ, ਇਹਨੂੰ ਬਦਲਣਾ ਅਸੀਂ ਆ ਰਲ ਕੇ। ਅਸੀਂ ਥੋੜਾ ਥੋੜਾ ਟਾਈਮ ਆਪਣੇ ਲਈ ਜ਼ਰੂਰ ਕੱਢਿਆ ਕਰੀਏ, ਸਮਾਜ ਲਈ ਜ਼ਰੂਰ ਕੱਢਿਆ ਕਰੀਏ। ਜੇ ਅਸੀਂ ਖੁਸ਼ ਰਹਿਣਾ ਹੈ, ਜੇ ਅਸੀਂ ਤੰਦਰੁਸਤ ਰਹਿਣਾ ਹੈ, ਕੁਝ ਆਪਣੇ ਲਈ, ਕੁਝ ਪਰਮਾਤਮਾ ਲਈ, ਕੁਝ ਸਮਾਜ ਲਈ ਟਾਈਮ ਜਦੋਂ ਕੱਢਣਾ ਸ਼ੁਰੂ ਕਰ ਦੇਵਾਂਗੇ ਨਾ, ਆਪਣੇ ਲਈ ਟਾਈਮ ਇੱਥੋਂ ਸ਼ੁਰੂ ਹੋਇਆ, ਬੰਧਨਾਂ ਤੋਂ ਜੇ ਮੁਕਤ ਹੋਣਾ। ਸਤਿਗੁਰੂ ਜੀ ਕਹਿੰਦੇ ਨੇ ਪ੍ਰਭ ਸੰਤਨ ਸੰਗ ਉਧਾਰੀ, ਮੈਨੂੰ ਸਤ ਸੰਗਤ, ਚੰਗੇ ਲੋਕਾਂ ਕੋਲ, ਸਤ ਸੰਗਤ ਦਾ ਅਰਥ ਹੈ ਚੰਗੇ ਲੋਕਾਂ ਦੀ ਸੁਸਾਇਟੀ ਦਿਓ। ਸਤ ਸੰਗਤ ਉੱਥੇ ਹੁੰਦੀ ਜਿੱਥੇ ਸੱਚ ਦੀ ਗੱਲ ਹੋਏ, ਸੱਚ ਦੀ ਵਿਚਾਰ ਹੋਏ, ਪਰਮਾਤਮਾ ਦੀ ਗੱਲ ਹੋਏ। ਜਦੋਂ ਅਸੀਂ ਸਤ ਸੰਗਤ ਨਾਲ ਸਾਂਝ ਪਾਵਾਂਗੇ ਸਾਡੀ ਵਿਚਾਰ ਵਧੀਆ ਬਣੇਗੀ। ਸਤ ਸੰਗਤ ਦਾ ਚੰਗੀ ਵਿਚਾਰਧਾਰਾ ਵਾਲੇ ਲੋਕ, ਗੁਰਬਾਣੀ ਦੀ ਵਿਚਾਰਧਾਰਾ ਵਾਲੇ ਲੋਕ, ਪ੍ਰਭੂ ਦੀ ਵਿਚਾਰਧਾਰਾ ਵਾਲੇ ਲੋਕ, ਉਹਨਾਂ ਵਿੱਚ ਬੈਠਾਂਗੇ ਨਾ, ਸਾਡੇ ਮਨ ਦੀ ਮੈਲ ਮਿਟੇਗੀ, ਸਾਡੇ ਚੋਂ ਢਹਿੰਦੀ ਕਲਾ ਖਤਮ ਹੋਏਗੀ, ਸਾਡੇ 'ਚ ਇੱਕ ਉੱਚੀ ਸੋਚ ਪੈਦਾ ਹੋਏਗੀ, ਅਸੀਂ ਚੰਗੇ ਕੰਮ ਕਰਾਂਗੇ। ਇਸ ਕਰਕੇ ਜਿਉਂ-ਜਿਉਂ ਸਤ ਸੰਗਤ ਨਾਲ ਪਿਆਰ ਬਣੇਗਾ ਤੇ ਉਹ ਤੇ ਸਾਡੀ ਸੋਚ ਵਧੀਆ ਬਣੇਗੀ, ਅਸੀਂ ਬੰਧਨਾਂ ਤੋਂ ਮੁਕਤ ਹੁੰਦੇ ਜਾਵਾਂਗੇ। ਬੰਧਨ ਪਾਏ ਅਸੀਂ ਆਪ ਹੀ ਨੇ ਤੇ ਤੋੜਨੇ ਵੀ ਅਸੀਂ ਵਾਹਿਗੁਰੂ ਦੀ ਕਿਰਪਾ ਸਦਕਾ ਆਪ ਹੀ ਹੈ, ਕਿਸੇ ਨੇ ਨਹੀਂ ਤੋੜਨੇ। ਉਹਦੇ ਲਈ ਯਤਨ ਸਾਨੂੰ ਕਰਨਾ ਪਏਗਾ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਕੇ ਇਹ ਬਚਨ ਸਾਡੇ ਹਿਰਦੇ 'ਚ ਵਸਣ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਹਉ ਨਾਹੀ ਨਾਹੀ ਕਿਛ ਮੇਰਾ ਨਾ ਹਮਰੋ ਬਹਚਾਰੀ, ਕਰਨ ਕਰਾਵਨ ਨਾਨਕੇ ਪ੍ਰਭ ਸੰਤਨ ਸੰਗ ਉਧਾਰੀ। ਇਹ ਵਾਹਿਗੁਰੂ ਸਾਡਾ ਸਤ ਸੰਗਤ ਰਾਹੀਂ ਸਾਡਾ ਉਧਾਰ ਕਰ ਲਓ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਰਬੱਤ ਦਾ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।